ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਗੁਰੂ ਕਹੈ ਸਿਮਰੋ ਸਤਿਨਾਮੁ, ਸਦਾ ਸਹਾਈ ਸਭ ਸੁਖ ਧਾਮੁ, ਆਗਹਿ ਆਜਿਜ ਰੱਖਿਆ ਕਰੀਐ, ਔਰ ਤੇ ਜ਼ੁਲਮਿ ਸਗਲ ਪਰ ਹਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਐਸੀਆਂ ਅਜ਼ਮਤਾਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏ ਮਾਨ ਗੁਰੂ ਦਰਬਾਰ ਨਾਲ ਜੁੜ ਬੈਠੀ ਸਾਧ ਸੰਗਤ ਜੀ ਵੱਡੇ ਭਾਗ ਹਨ। ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਐਸੀਆਂ ਸੱਚੀਆਂ ਰਹਿਮਤਾਂ ਵਰਤਾਉਣ ਵਾਲੇ ਦਾਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦਰਸ਼ਨ ਕਰਨ ਦਾ, ਮੀਡੀਆ ਦੇ ਰਾਹੀਂ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਆਪ ਜੀਆਂ ਨੇ ਬੜੇ ਹੀ ਪਿਆਰ ਸਹਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਹਜ਼ੂਰ ਸਭਾਏਮਨ ਹੋ ਕੇ ਸਤਿਕਾਰਯੋਗ ਹਜ਼ੂਰੀ ਕੀਰਤਨੀ ਜਥੇ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਬੜੇ ਹੀ ਪ੍ਰੇਮ ਪਿਆਰ ਸਹਿਤ ਮਾਣਿਆ। ਉੱਥੇ ਹੀ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਹੁਣ ਸਮਾਂ ਹੈ ਗੁਰ ਇਤਿਹਾਸ ਦੀ ਵਿਚਾਰ ਦਾ। ਸਤਿਗੁਰਾਂ ਦੇ ਦਰਬਾਰ ਵਿੱਚ ਉਸ ਸੱਚੇ ਰਹਿਬਰ ਜਿਹਨੂੰ ਭਾਈ ਗੁਰਦਾਸ ਜੀ ਆਖਦੇ, ਜਾਹਰ ਪੀਰ ਜਗਤ ਗੁਰ ਬਾਬਾ, ਕਲ ਤਾਰਨ ਗੁਰੂ ਨਾਨਕ ਆਇਆ। ਜਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨਾਂ ਅਨੁਸਾਰ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਕਰ ਭਾਸ ਨਾ ਭਰਿਆ ਰੇ। ਇੰਨੀਆਂ ਵੱਡੀਆਂ ਬਖਸ਼ਿਸ਼ਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ, ਜਿਸ ਦਾਤੇ ਨੇ ਸਮੁੱਚੀ ਮਨੁੱਖਤਾ ਨੂੰ ਇਹ ਉਪਦੇਸ਼ ਕੀਤਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਣ ਦਾ, ਸਤਿਗੁਰਾਂ ਦੀ ਬਾਣੀ ਪੜ੍ਹਨ ਦਾ ਭਾਵ ਇਹੀ ਹੈ ਕਿ ਅਸੀਂ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਮੰਨ ਲਈਏ, ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਅਨੁਸਾਰ ਉਹਨਾਂ ਅਨੁਸਾਰ ਢਾਲ ਲਈਏ। ਇਹੀ ਗੁਰੂ ਦਾ ਸੱਚਾ ਸਤਿਕਾਰ ਹੈ, ਇਹੀ ਗੁਰੂ ਦੀ ਸੱਚੀ ਰਹਿਮਤ ਦੀ ਨਿਸ਼ਾਨੀ ਹੈ। ਪਰ ਜਦੋਂ ਆਪਾਂ ਅੱਜ ਦੇਖਦੇ ਹਾਂ
ਜਿਸ ਦਾਤੇ ਨੇ ਸਾਨੂੰ ਇੰਨੇ ਸਾਲ ਪਹਿਲਾਂ ਇਹ ਸਿਧਾਂਤ ਦ੍ਰਿੜ ਕਰਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸਿਧਾਂਤ ਦ੍ਰਿੜ ਕਰਾਉਣ ਵਾਸਤੇ ਨਾ ਸਤਿਗੁਰੂ ਜੀ ਧਰਮਾਂ ਦੀ ਦੀਵਾਰ ਵਿੱਚ ਰਹੇ, ਨਾ ਸਤਿਗੁਰੂ ਜੀ ਜਾਤਾਂ ਦੀਆਂ ਦੀਵਾਰਾਂ ਵਿੱਚ ਰਹੇ, ਨਾ ਸਤਿਗੁਰੂ ਜੀ ਦੇਸ਼ਾਂ ਦੀਆਂ ਹੱਦਬੰਦੀਆਂ ਦੇ ਵਿੱਚ ਕੈਦ ਰਹੇ। ਸਗੋਂ ਪਾਤਸ਼ਾਹ ਜੀ ਨੇ ਇਹਨਾਂ ਤੋਂ ਉੱਪਰ ਉੱਠ ਕੇ ਜਿੱਥੇ ਜਾਤਾਂ ਪਾਤਾਂ ਦੇ ਵਿੱਚ ਮਨੁੱਖਤਾ ਖਚਤ ਸੀ, ਇੱਕ ਦੂਸਰੇ ਨਾਲ ਈਰਖਾ ਤੇ ਨਫ਼ਰਤ ਕਰਦੀ ਪਈ ਸੀ, ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਵੀ ਸਾਂਝੀ ਵਾਲਤਾ ਦਾ, ਇੱਕ ਪਿਤਾ ਦਾ ਸਿਧਾਂਤ, ਇੱਕ ਦਾਤੇ ਦਾ ਸਿਧਾਂਤ ਦ੍ਰਿੜ ਕਰਵਾਇਆ। ਜਿੱਥੇ ਵੱਖ-ਵੱਖ ਧਰਮਾਂ ਵਾਲੇ ਆਪਣੀਆਂ ਕੌਮਾਂ ਦੁਆਲੇ ਦੀਵਾਰਾਂ ਕਰੀ ਬੈਠੇ ਸਨ ਕਿ ਸਾਡੇ ਧਾਰਮਿਕ ਆਗੂ ਦੇ ਉਪਦੇਸ਼ ਕੇਵਲ ਸਾਡੀ ਕੌਮ ਤੱਕ ਸੀਮਿਤ ਨੇ, ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਆਖਿਆ, ਨਹੀਂ ਭਾਈ, ਇਹ ਤੇ ਰੱਬ ਦਾ ਭੋਜਨ ਹੈ ਤੇ ਰੱਬ ਦੇ ਭੋਜਨ ਤੇ ਨਾ ਕਿਸੇ ਧਰਮ ਦਾ ਕਬਜ਼ਾ ਹੋ ਸਕਦਾ ਹੈ, ਨਾ ਕਿਸੇ ਦੇਸ਼ ਦਾ, ਔਰ ਨਾ ਹੀ ਕਿਸੇ ਜਾਤ ਦਾ, ਫਿਰਕੇ ਦਾ। ਇਹ ਜਿਹੜੀਆਂ ਰੱਬ ਦੀਆਂ ਦਾਤਾਂ ਨੇ ਇਹ ਸਰਬ ਸਾਂਝੀਆਂ ਨੇ, ਸਰਬਕਾਲੀ ਨੇ, ਸਦਾ ਰਹਿਣ ਵਾਲੀਆਂ ਨੇ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਇਹ ਐਸੀਆਂ ਦਾਤਾਂ ਸਤਿਗੁਰਾਂ ਨੇ ਸਾਨੂੰ ਬਖਸ਼ੀਆਂ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਪਰ ਜੇ ਇਹਨੂੰ ਆਪਾਂ ਸੰਕੀਰਨਤਾ ਦੇ ਵਿੱਚ ਲੈ ਜਾਵਾਂਗੇ, ਜੇ ਸਾਡੇ ਅੰਦਰੋਂ ਕਿਰਤ ਕਰੋ ਨਾਮ ਜਪੋ ਵੰਡ ਛਕਣ ਦਾ ਸਿਧਾਂਤ ਨਿਕਲ ਜਾਵੇਗਾ, ਫਿਰ ਭਾਈ ਸੰਸਾਰ ਦੇ ਉੱਤੇ ਭੁੱਖਮਰੀ ਹੀ ਪੈਦਾ ਹੋਵੇਗੀ। ਪਰ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਸੁਨਹਿਰੀ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਨੂੰ ਬਸਰ ਕਰਦੇ ਹਾਂ, ਹਰ ਮਨੁੱਖ ਜਿਹੜਾ ਹੈ, ਹਰ ਜੀਵ ਜਿਹੜਾ ਹੈ, ਸਭ ਤੋਂ ਉਹਦਾ ਪਹਿਲਾ ਫਰਜ਼ ਹੈ ਕਿਰਤ ਉਦਮ ਕਰੰਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ। ਗੁਰੂ ਨੇ ਸਿੱਖ ਨੂੰ ਵਿਹਲੜ ਨਹੀਂ ਬਣਾਇਆ, ਕਿਸੇ ਤੇ ਬੋਝ ਨਹੀਂ ਬਣਾਇਆ। ਗੁਰੂ ਨੇ ਸਿੱਖ ਨੂੰ ਉਦਮੀ ਬਣਾਇਆ ਕਿ ਭਾਈ ਤੂੰ ਉਦਮ ਕਰ, ਬਰਕਤਾਂ ਪਰਮਾਤਮਾ ਨੇ ਪਾਉਣੀਆਂ ਨੇ। ਤੇਰਾ ਫਰਜ਼ ਬਣਦਾ ਕਿ ਤੂੰ ਧਰਮ ਦੀ ਕਿਰਤ ਕਰੇ, ਔਰ ਜਦੋਂ ਤੂੰ ਧਰਮ ਦੀ ਕਿਰਤ ਕਰੇ, ਪਰਮੇਸ਼ਰ ਨੂੰ ਚੇਤੇ ਰੱਖੇ। ਜਦੋਂ ਤੂੰ ਰੱਬ ਨੂੰ ਚੇਤੇ ਰੱਖੇਗਾ, ਫਿਰ ਤੇਰੇ ਕੋਲੋਂ ਧਰਮ ਦੀ ਕਿਰਤ ਹੋਵੇਗੀ। ਜਿੱਥੇ ਦੋਨੋਂ ਚੀਜ਼ਾਂ ਹੋਣ, ਮਨੁੱਖ ਉਦਮੀ ਵੀ ਹੋਵੇ, ਕਿਰਤੀ ਵੀ ਹੋਵੇ, ਤੇ ਪਰਮਾਤਮਾ ਦਾ ਨਾਮ ਵੀ ਸਿਮਰਨਦਾ ਹੋਵੇ, ਉੱਥੇ ਫਿਰ ਜਦੋਂ ਘੜਾ ਭਰ ਜਾਂਦਾ ਹੈ, ਉਹ ਡੁੱਲਣਾ ਸ਼ੁਰੂ ਹੋ ਜਾਂਦਾ, ਭਾਵ ਉਹਦੇ ਅੰਦਰ ਵੰਡ ਛਕਣ ਦੀ ਭਾਵਨਾ ਆ ਜਾਂਦੀ ਹੈ। ਗੁਰੂ ਘਰ ਦੇ ਸਿਧਾਂਤ ਇਹਨਾਂ ਗੱਲਾਂ ਤੇ ਨਿਰਧਾਰਿਤ ਨੇ। ਇਹ ਨਹੀਂ ਕਿ ਅਸੀਂ ਆਪਣੇ ਖਜ਼ਾਨੇ ਭਰਨ ਵਾਸਤੇ ਹਜ਼ਾਰਾਂ ਲੱਖਾਂ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਈਏ, ਉਹਨਾਂ ਦੀ ਰੋਜੀ ਖੋਹਣ ਦਾ ਯਤਨ ਢੰਗ ਲੱਭ ਲਈਏ, ਜਾਂ ਜਿਵੇਂ ਇੱਥੇ ਇੱਕ ਰਾਜੇ ਦਾ ਸ਼ਾਸਕ ਦੱਸਿਆ ਕੀ ਹੋਣਾ ਚਾਹੀਦਾ ਹੈ, ਕਿ ਰਾਜੇ ਦਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ। ਰਾਜੇ ਦੇ ਰਾਜ ਵਿੱਚ ਪ੍ਰਜਾ ਦੁਖੀ ਨਹੀਂ ਹੋਣੀ ਚਾਹੀਦੀ। ਰਾਜੇ ਦਾ ਰਾਜ ਇਹੋ ਜਿਹਾ ਹੋਣਾ ਚਾਹੀਦਾ ਉੱਥੇ ਕੋਈ ਭੁੱਖਮਰੀ ਨਾ ਹੋਵੇ, ਉੱਥੇ ਪ੍ਰਜਾ ਨੂੰ ਆਪਣੇ ਰਾਜੇ ਦੀਆਂ ਗੱਲਾਂ ਤੇ, ਆਪਣੇ ਰਾਜੇ ਦੇ ਕੰਮਾਂ ਤੇ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਯਕੀਨ ਹੋਵੇ। ਪਰ ਜਿਸ ਦੇਸ਼ ਦੇ ਰਾਜੇ ਤੋਂ ਮਨੁੱਖਤਾ ਦਾ ਵਿਸ਼ਵਾਸ ਉੱਠ ਜਾਵੇ, ਪ੍ਰਜਾ ਦਾ ਭਰੋਸਾ ਉੱਠ ਜਾਵੇ, ਇਹੋ ਜਿਹੇ ਸ਼ਾਸਕ ਜਿਹੜੇ ਨੇ ਉਹ ਫਿਰ ਕੁਝ ਸਮੇਂ ਅੰਦਰ ਹੀ ਰੁਲ ਜਾਂਦੇ ਨੇ। ਜਦੋਂ ਆਪਾਂ ਆਪਣੇ ਇਸ ਭਾਰਤ ਦੇਸ਼ ਦੀ ਸਥਿਤੀ ਦੇਖਦੇ ਹਾਂ, ਮਹਾਰਾਜੇ ਰਣਜੀਤ ਸਿੰਘ ਨੇ ਇਸ ਧਰਤੀ ਤੇ ਰਾਜ ਕੀਤਾ ਹੈ, ਸ਼ਾਸਕ ਬਣੇ ਨੇ, ਪਰ ਉਹਨਾਂ ਦੇ ਰਾਜ ਦਾ ਪ੍ਰਭਾਵ ਕੈਸਾ ਹੈ? ਉਹਨਾਂ ਦੇ ਸਮੇਂ ਅੰਦਰ ਅੱਜ ਵੀ ਜਿਵੇਂ ਮਹਾਮਾਰੀਆਂ ਫੈਲਦੀਆਂ ਨੇ, ਇਹ ਕੋਈ ਅੱਜ ਦੇ ਯੁੱਗ ਦੀ ਨਹੀਂ ਹੈ ਕਿ ਅੱਜ ਕੋਈ ਨਵੀਂ ਫੈਲੀ ਹੈ।
ਇਹ ਪੁਰਾਤਨ ਸਮੇਂ ਤੋਂ ਹੀ ਰੱਬ ਦੀ ਰਜ਼ਾ ਦੇ ਵਿੱਚ ਇਹ ਕੁਝ ਹੁੰਦਾ ਆਇਆ ਹੈ। ਕਦੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹੋ, ਉਸ ਸਮੇਂ ਵੀ ਬਹੁਤ ਵੱਡਾ ਕਾਲ ਪਿਆ। 6ਵੇਂ ਪਾਤਸ਼ਾਹ ਦੇ ਸਮੇਂ ਕਸ਼ਮੀਰ ਦੀ ਧਰਤੀ ਤੇ ਗਿਲਟ ਰੋਗ ਦੀ ਮਹਾਮਾਰੀ ਫੈਲੀ। ਗੁਰੂਆਂ ਨੇ ਆਪ ਵਿੱਚ ਵਿਚਰ ਕੇ ਮਨੁੱਖਤਾ ਦਾ ਭਲਾ ਕੀਤਾ ਹੈ। ਇਸੇ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਜਦੋਂ ਇਸ ਧਰਤੀ ਤੇ ਕਾਲ ਪਿਆ, ਰਾਜੇ ਨੇ ਆਪਣੇ ਖਜ਼ਾਨੇ ਜਿਹੜੇ ਸੀ ਉਹਦੇ ਮੂੰਹ ਪਰਜਾ ਵੱਲ ਨੂੰ ਖੋਲ੍ਹ ਦਿੱਤੇ। ਪਰ ਅੱਜ ਦੇ ਰਾਜੇ ਜਿਹੜੇ ਪਰਜਾ ਦਾ ਥੋੜ੍ਹਾ ਬਹੁਤਾ ਹੁੰਦਾ ਉਹ ਵੀ ਲੈ ਕੇ ਕਾਰੂ ਬਾਦਸ਼ਾਹ ਬਣ ਕੇ ਬੈਠ ਜਾਂਦੇ ਨੇ ਤੇ ਪਰਜਾ ਨੂੰ ਆਪਣੇ ਹਾਲਾਤਾਂ ਦੇ ਛੱਡ ਦਿੰਦੇ ਨੇ। ਕੋਈ ਆਕਸੀਜਨ ਤੋਂ ਮਰੇ, ਕੋਈ ਭੁੱਖਮਰੀ ਤੋਂ ਮਰੇ, ਕਿਸੇ ਨੂੰ ਕੀ ਪਰਵਾਹ। ਜਿਹੋ ਜਿਹੀਆਂ ਤਸਵੀਰਾਂ ਅੱਜ ਸਾਡੇ ਦੇਸ਼ ਦੀਆਂ ਉਜਾਗਰ ਹੋਈਆਂ, ਉਹ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ। ਕਿਤੇ ਕੋਈ ਬਜ਼ੁਰਗ ਆਪਣੀ ਘਰਵਾਲੀ ਦੀ ਲਾਸ਼ ਸਾਈਕਲ ਤੇ ਲੈ ਕੇ ਜਾਂਦਾ ਹੈ, ਕੋਈ ਰਿਕਸ਼ੇ ਤੇ ਲੈ ਕੇ ਜਾ ਰਿਹਾ, ਕਿਸੇ ਨੇ ਮੋਢੇ ਤੇ ਚੁੱਕੀ ਹੋਈ ਹੈ, ਕਿਸੇ ਨੂੰ ਪਾਣੀ ਦੇ ਵਿੱਚੋਂ ਕੁੱਤੇ ਖਿੱਚਦੇ ਪਏ ਨੇ। ਇਹੋ ਜਿਹੇ ਹਾਲਾਤ ਜਿਹੜੇ ਨੇ ਗਲਤ ਸ਼ਾਸਕਾਂ ਦੀ ਗਲਤ ਵਿਉਂਤਬੰਦੀ ਕਰਕੇ ਬਣਦੇ ਨੇ। ਭਾਈ ਸ਼ਾਸਕ ਜਿਹੜੇ ਹੁੰਦੇ ਨੇ ਉਹ ਪ੍ਰਜਾ ਦਾ ਭਲਾ ਚਾਹੁੰਦੇ ਨੇ, ਉਹਨਾਂ ਦੇ ਰਾਜ ਵਿੱਚ ਪ੍ਰਜਾ ਸੁਖੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਵੀ ਇਹੀ ਗੱਲ ਸਮਝਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹਿਮਾਯੂ ਨੂੰ ਇਹ ਗੱਲ ਸਮਝਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਨੂੰ ਇਹ ਨੀਤੀ ਸਮਝਾਈ ਸੀ ਤੇ ਅਕਬਰ ਦਾ ਰਾਜ ਜਿਹੜਾ ਸੀ ਬੜਾ ਕਹਿੰਦੇ ਸੁਖਮਈ ਗਿਣਿਆ ਗਿਆ। ਉਸ ਤੋਂ ਬਾਅਦ ਜਹਾਂਗੀਰ ਨੇ ਆਪਣੀ ਨੀਤੀ ਅਪਣਾਈ, ਦੁਖੀ ਹੋਇਆ। ਇਸੇ ਤਰ੍ਹਾਂ ਸਮੇਂ-ਸਮੇਂ ਦੇ ਔਰੰਗਜ਼ੇਬ ਵਰਗੇ ਬਾਦਸ਼ਾਹ ਆਏ, ਉਹਨਾਂ ਨੇ ਆਪਣੀਆਂ ਨੀਤੀਆਂ ਨਾਲ ਪ੍ਰਜਾ ਨੂੰ ਦੁਖੀ ਕਰਨਾ ਸ਼ੁਰੂ ਕੀਤਾ ਤੇ ਭਾਈ ਅੱਜ ਦੁਨੀਆ ਵੇਖੋ ਉਹਨਾਂ ਨੂੰ ਕਿਹੜੇ ਰੂਪ ਵਿੱਚ ਯਾਦ ਕਰਦੀ ਹੈ। ਜਦੋਂ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਾਂਗੇ, ਗੁਰੂਆਂ ਦੇ ਸਮੇਂ ਦੀ ਗੱਲ ਕਰਾਂਗੇ, ਉੱਥੇ ਰਾਜਾ ਭੇਸ ਬਦਲ ਕੇ ਆਪਣੀ ਪ੍ਰਜਾ ਦਾ ਦੁੱਖ ਸੁੱਖ ਦੇਖਦਾ ਹੈ ਕਿ ਕਿਤੇ ਮੇਰੀ ਪ੍ਰਜਾ ਨਾਲ ਧੱਕਾ ਤੇ ਨਹੀਂ ਹੁੰਦਾ, ਕਿਤੇ ਮੇਰੀ ਪ੍ਰਜਾ ਅਨਾਜ ਤੋਂ ਭੁੱਖੀ ਤੇ ਨਹੀਂ ਮਰ ਰਹੀ। ਭੇਸ ਬਦਲ ਕੇ ਚੈੱਕ ਕਰਦਾ ਹੈ। ਜੇ ਕਿਤੇ ਇੱਕ ਬਜ਼ੁਰਗ ਦੇ ਬੱਚਾ ਨਜ਼ਰ ਆਉਂਦੇ ਨੇ, ਅਨਾਜ ਪਾਇਆ ਘਰ ਵਿੱਚ ਲਿਜਾ ਨਹੀਂ ਸਕਦੇ, ਆਪਣੇ ਸਿਰ ਤੇ ਚੁੱਕਦਾ ਆ, ਉਹਨਾਂ ਦੇ ਘਰ ਵਿੱਚ ਛੱਡ ਕੇ ਆਉਂਦਾ ਆ। ਭਾਈ ਇਹੋ ਜਿਹੇ ਰਾਜਿਆਂ ਦੀ ਲੋੜ ਹੁੰਦੀ ਹੈ ਸਮੇਂ ਨੂੰ। ਕਵੀ ਜੀ ਲਿਖਦੇ ਇੱਥੇ ਜੋ ਜ਼ਿਕਰ ਆਇਆ ਇਤਿਹਾਸ ਵਿੱਚ, ਕਾਰੂ ਬਾਦਸ਼ਾਹ ਦਾ ਜ਼ਿਕਰ ਕੀਤਾ ਆ, ਜਿਹਨੇ ਦੁਨੀਆ ਦੀ ਦੌਲਤ ਜਿਹੜੀ ਸੀ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਸੀ ਦੋਨਾਂ ਭਰਾਵਾਂ ਨੇ। ਔਰ ਤੁਸੀਂ ਦੇਖੋ ਇਹਦੀ ਹਰਕਤਾਂ ਇੱਥੋਂ ਤੱਕ ਮਾਇਆ ਪ੍ਰਾਪਤ ਕਰਨ ਦੀਆਂ ਸਨ। ਸਾਖੀ ਆਪ ਜੀ ਨੇ ਬੇਸ਼ੱਕ ਸੁਣੀ ਹੋਵੇਗੀ, ਟੂਕ ਮਾਤਰ ਮੈਂ ਕਹਿ ਦਿਆਂ ਕਿ ਇਹਨੇ ਆਖਿਆ ਜੇ ਕੋਈ ਇੱਕ ਟਕਾ ਵੀ ਲੈ ਆਵੇ ਮੈਂ ਆਪਣੀ ਬੱਚੀ ਦਾ ਰਿਸ਼ਤਾ ਉਹਨਾਂ ਕਰ ਦਿਆਂਗਾ, ਵਿਆਹ ਕਰ ਦਿਆਂਗਾ, ਨਿਕਾਹ ਕਰ ਦਿਆਂਗਾ। ਕਹਿੰਦੇ ਇੱਕ ਬੱਚਾ ਨੌਜਵਾਨ ਆਪਣੀ ਮਾਂ ਨੂੰ ਪੁੱਛਦਾ ਹੈ, ਮਾਂ ਮੈਨੂੰ ਬਾਦਸ਼ਾਹ ਦੀ ਲੜਕੀ ਨਾਲ ਨਿਕਾਹ ਕਰਨਾ, ਸ਼ਾਦੀ ਕਰਨੀ ਹੈ, ਵਿਆਹ ਕਰਨਾ ਹੈ, ਮੈਨੂੰ 1 ਰੁਪਈਆ ਚਾਹੀਦਾ ਹੈ। ਮਾਂ ਕਹਿਣ ਲੱਗੀ ਪੁੱਤ ਉਹ ਤੇ ਕਿਤੇ ਹੈ ਹੀ ਨਹੀਂ, ਰਾਜੇ ਨੇ ਛੱਡਿਆ ਹੀ ਨਹੀਂ ਕਿਸੇ ਕੋਲੋਂ। ਪੁੱਤਰ ਕਹਿਣ ਲੱਗਾ ਮਾਂ ਮੈਂ ਆਪਣੀ ਜਾਨ ਦੇ ਦਿਆਂਗਾ ਜੇ ਮੈਨੂੰ ਰੁਪਈਆ ਨਾ ਮਿਲਿਆ, ਟਕਾ ਨਾ ਮਿਲਿਆ। ਮਾਂ ਕਹਿਣ ਲੱਗੀ ਪੁੱਤਰ ਜਦੋਂ ਤੇਰਾ ਬਾਪੂ ਪੂਰਾ ਹੋਇਆ ਸੀ, ਜਦੋਂ ਅਸੀਂ ਉਹਨੂੰ ਕਬਰ ਵਿੱਚ ਦੱਬਿਆ ਸੀ, ਉਹਦੇ ਮੂੰਹ ਵਿੱਚ ਉਦੋਂ ਪੁਰਾਤਨ ਰਿਵਾਜ ਸੀ ਕਿ ਸਿੱਕਾ ਪਾਇਆ ਸੀ, ਹੋ ਸਕਦਾ ਕਹਿੰਦੀ ਉਹ ਸਿੱਕਾ ਜ਼ਰੂਰ ਹੋਵੇ। ਕਹਿੰਦੇ ਪੁੱਤਰ ਜਾਂਦਾ ਸਿੱਕਾ ਕੱਢ ਲਿਆਉਂਦਾ ਆ ਤੇ ਬਾਦਸ਼ਾਹ ਲੋਕਾਂ ਦੇ ਕਬਰਾਂ ਫਰੋਲ ਕੇ ਉਹਨਾਂ ਦੇ ਮੂੰਹਾਂ ਵਿੱਚੋਂ ਸਿੱਕੇ ਕਢਾਉਂਦਾ ਆ। ਕਹਿਣ ਤੋਂ ਭਾਵ ਇੱਕ ਢੰਗ ਸੀ। ਇੰਨਾ ਯਤਨ ਕੀਤਾ ਮਾਇਆ ਨੂੰ ਇਕੱਤਰ ਕਰਨ ਦਾ ਇਸ ਰਾਜੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਧਰਤੀ ਤੇ ਆਏ, ਪਾਤਸ਼ਾਹ ਨੂੰ ਲੋਕਾਂ ਨੇ ਆਖਿਆ ਦਾਤਾ ਜੀ ਇਸ ਰਾਜੇ ਦਾ ਰਾਜ ਇੰਨਾ ਭੈੜਾ ਹੋ ਚੁੱਕਾ ਕਿ ਇੱਥੇ ਕੋਈ ਰਹਿ ਕੇ ਰਾਜੀ ਨਹੀਂ ਹੈ। ਰਾਜੇ ਨੇ ਕਿਸੇ ਕੋਲ ਧਨ ਨਹੀਂ ਛੱਡਿਆ, ਅਨਾਜ ਨਹੀਂ ਛੱਡਦਾ ਲੋਕਾਂ ਦੇ। ਉਹਦੇ ਕੋਲ ਅਹਿਲਕਾਰ ਐਸੇ ਨੇ ਜਿਹੜੇ ਵਿਉਂਤਾਂ ਬਣਾਉਂਦੇ ਨੇ ਕਿਸੇ ਢੰਗ ਨਾਲ ਲੋਕਾਂ ਦੇ ਕੋਲੋਂ ਉਹਨਾਂ ਦਾ ਧਨ ਖਿੱਚਿਆ ਜਾਵੇ। ਸਮੇਂ-ਸਮੇਂ ਤੇ ਇਹੋ ਜਿਹੇ ਬਾਦਸ਼ਾਹ ਕਈ ਵਾਰੀ ਸੰਸਾਰ ਨੂੰ ਮਿਲਦੇ ਨੇ।
ਤੇ ਕਵੀ ਜੀ ਲਿਖਦੇ ਇਹ ਰਾਜੇ ਦਾ ਵੀ ਹਾਲ ਐਸਾ ਸੀ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੋਕਾਂ ਨੇ ਦੱਸਿਆ, ਪਾਤਸ਼ਾਹ ਅਸੀਂ ਬੜੇ ਦੁਖੀ ਹਾਂ, ਇਹੋ ਜਿਹੇ ਰਾਜ ਵਿੱਚ ਕੋਈ ਰਹਿ ਕੇ ਰਾਜੀ ਨਹੀਂ ਹੈ, ਵਿਦੇਸ਼ਾਂ ਵਿੱਚ ਭਾਵ ਕਿ ਦੂਸਰੇ ਇਲਾਕਿਆਂ ਵਿੱਚ ਭੱਜਦੇ ਨੇ, ਅਸੀਂ ਰਾਜੇ ਦੇ ਹੱਥੋਂ ਬੜੇ ਤੰਗ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਾਦਸ਼ਾਹ ਨੂੰ ਸੁਨੇਹਾ ਭੇਜਿਆ ਸੀ, ਤੈਨੂੰ ਮਿਲਣਾ ਚਾਹੁੰਦੇ, ਸਾਨੂੰ ਚਾਹੀਦਾ ਕੁਝ ਨਹੀਂ ਹੈ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਨੇਹਾ ਭੇਜਿਆ, ਬਾਦਸ਼ਾਹ ਆਇਆ ਤੇ ਜਦੋਂ ਆਇਆ ਸਤਿਗੁਰੂ ਜੀ ਠੀਕਰੇ ਇਕੱਠੇ ਪਏ ਕਰਦੇ ਨੇ। ਬਾਦਸ਼ਾਹ ਕਹਿਣ ਲੱਗਾ, ਇਹ ਕਾਹਦੇ ਵਾਸਤੇ ਕਰਦੇ ਪਏ ਹੋ, ਇਹ ਤੇ ਕਿਸੇ ਕੰਮ ਨਹੀਂ ਆਉਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗਾ, ਇਹ ਬਾਦਸ਼ਾਹ ਜੀ ਇਹ ਸਾਡੇ ਠੀਕਰੇ ਕਿਤੇ ਕੰਮ ਨਹੀਂ ਨੇ, ਤੇ ਜਿਹੜੇ ਤੂੰ ਦੁਨੀਆ ਦਾ ਧਨ ਇਕੱਤਰ ਕੀਤਾ, ਲੋਕਾਂ ਤੇ ਜ਼ੁਲਮ ਕਰਕੇ, ਭੈੜੀਆਂ ਨੀਤੀਆਂ ਬਣਾ ਕਰਕੇ, ਕੀ ਉਹ ਤੇਰੇ ਨਾਲ ਨਿਭੇਗਾ? ਕਦੇ ਦੁਨੀ ਚੰਦ ਨੂੰ ਸਿੱਖਿਆ ਦਿੰਦੇ ਨੇ ਇੱਕ ਸੂਈ ਦੇ ਨਾਲ, ਕਿਹਾ ਸਾਡੀ ਸੂਈ ਹੈ, ਸਾਨੂੰ ਅਗਲੇ ਲੋਕ ਵਿੱਚ ਪਰਲੋਕ ਵਿੱਚ ਜਾ ਕੇ ਦੇ ਦਵੀਂ। ਜਦੋਂ ਘਰ ਆਉਂਦਾ, ਘਰ ਵਾਲੀ ਸਿਆਣੀ ਸੀ, ਕਹਿਣ ਲੱਗੀ ਨਹੀਂ, ਇਸ ਤਰ੍ਹਾਂ ਕਦੇ ਨਹੀਂ ਹੁੰਦਾ, ਉਹ ਮਹਾਂਪੁਰਸ਼ਾਂ ਦੀ ਕੋਈ ਰਮਜ ਹੈ। ਗੁਰੂ ਨੇ ਸਮਝਾਇਆ ਸੀ ਕਿ ਭਾਈ ਕਿਸੇ ਤੇ ਜ਼ੁਲਮ ਕਰਕੇ ਮਾਇਆ ਇਕੱਤਰ ਕਰ ਲੈਣ ਨਾਲ ਕੋਈ ਬਹੁਤੀ ਪ੍ਰਾਪਤੀ ਨਹੀਂ ਹੈ। ਕਦੇ ਤੁਸੀਂ ਦੇਖੋ, ਬਾਣੀ ਨੇ ਇੱਕ ਸਿਧਾਂਤ ਬੜਾ ਸੋਹਣਾ ਦਿੱਤਾ ਹੈ ਮਾਇਆ ਪ੍ਰਤੀ, ਕਿ ਜਦੋਂ ਆਪਾਂ ਬਾਣੀ ਨੂੰ ਪੜ੍ਹਾਂਗੇ, ਬਾਣੀ ਸਾਡੇ ਹਰ ਜੀਵਨ ਦੇ ਹਰ ਪੱਖ ਤੇ ਸਾਨੂੰ ਪ੍ਰੇਰਦੀ ਹੈ। ਭਾਵੇਂ ਸਾਡੇ ਜੀਵਨ ਦਾ ਆਰਥਿਕ ਪੱਖ ਹੈ, ਭਾਵੇਂ ਸਮਾਜਿਕ ਪੱਖ ਹੈ, ਭਾਵੇਂ ਧਾਰਮਿਕ ਪੱਖ ਆ, ਬੇਸ਼ੱਕ ਸਾਡਾ ਰਾਜਨੀਤਿਕ ਪੱਖ ਆ, ਗੁਰਮਤਿ ਸਾਰੇ ਪੱਖਾਂ ਦੀ ਗੱਲ ਕਰਦੀ ਹੈ। ਗੁਰਮਤਿ ਸਾਡੇ ਪੈਦਾ ਹੋਣ ਤੋਂ ਅਖੀਰ ਤੱਕ ਦਾ ਸਾਰਾ ਜੀਵਨ ਸਾਨੂੰ ਸਿੱਖਿਆ ਦਿੰਦੀ ਹੈ ਕੀ ਕਰਨਾ ਚਾਹੀਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੁਣ ਦੇਖੋ ਜੇ ਇਹੋ ਜਿਹੀ ਮਾਇਆ ਪ੍ਰਵਾਨ ਕਰਨੀ ਹੁੰਦੀ, ਕਦੇ ਇਹ ਜਿਹੜੀ ਸਾਖੀ ਤੁਸੀਂ ਰੋਜ਼ ਪੜ੍ਹਦੇ ਸੁਣਦੇ ਹੋ, ਮਲਕ ਭਾਗੋ ਦੀ ਹੈ, ਇੱਕ ਪਾਸੇ ਭਾਈ ਲਾਲੋ ਦੀ ਹੈ, ਕਿ ਕੀ ਗੁਰੂ ਨਾਨਕ ਪਾਤਸ਼ਾਹ ਜੀ ਮਲਕ ਭਾਗੋ ਦੇ ਕੋਲ ਨਹੀਂ ਜਾ ਸਕਦੇ ਸਨ, ਉਹਦਾ ਧਨ ਨਹੀਂ ਪ੍ਰਵਾਨ ਕਰ ਸਕਦੇ ਸਨ, ਪਰ ਗੁਰੂ ਨੇ ਕਿਰਤੀਆਂ ਨੂੰ, ਗੁਰੂ ਨੇ ਕਾਮਿਆਂ ਨੂੰ, ਗੁਰੂ ਨੇ ਕਿਰਤ ਕਰਨ ਵਾਲਿਆਂ ਨੂੰ, ਮਿਹਨਤ ਕਰਨ ਵਾਲਿਆਂ ਨੂੰ ਉਭਾਰਨਾ ਸੀ, ਔਰ ਉਹਨਾਂ ਦੀ ਕਿਰਤ ਨੂੰ ਧਰਮ ਦੀ ਕਿਰਤ ਦੱਸਿਆ, ਦੁੱਧ ਦੀ ਨਿਆਈ ਦੱਸਿਆ। ਪਰ ਜਿਹੜੇ ਜ਼ੁਲਮ ਕਰਨ ਵਾਲੇ ਨੇ, ਜਿਹੜੇ ਪਾਪ ਕਰਕੇ ਧਨ ਵਿਹਾਜਦੇ ਨੇ, ਉਹਨਾਂ ਦੀ ਕਮਾਈ ਨੂੰ ਖੂਨ ਦੱਸਿਆ ਹੈ ਕਿ ਇਹ ਖੂਨ ਦੇ ਬਰਾਬਰ ਹੈ। ਅੱਜ ਇਸ ਤਰ੍ਹਾਂ ਹੀ ਹੋਇਆ, ਬੜਿਆਂ ਨੇ ਕਈ ਢੰਗ ਲੱਭੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਜਥੇਬੰਦੀਆਂ ਨੇ, ਪ੍ਰਬੰਧਕ ਕਮੇਟੀਆਂ ਨੇ ਆਪੋ ਆਪਣੇ ਤੌਰ ਤੇ ਹਰ ਹੀਲਾ ਕੀਤਾ ਕਿ ਮਨੁੱਖਤਾ ਨੂੰ ਆਕਸੀਜਨ ਦਿੱਤੀ ਜਾਵੇ, ਕੋਈ ਇਹ ਕਰੋਨਾ ਕੇਅਰ ਸੈਂਟਰ ਬਣਾਏ ਜਾਣ। ਉੱਥੇ ਕਈ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਇਹਨੂੰ ਵੀ ਬਿਜ਼ਨਸ ਬਣਾਉਣ ਦਾ ਯਤਨ ਕੀਤਾ ਹੈ। ਇਹੋ ਜਿਹਾ ਸਿਸਟਮ ਬਣ ਜਾਣਾ, ਟੀਕੇ ਤੇ ਸ਼ੱਕ ਪੈਦਾ ਹੋ ਜਾਣਾ, ਔਰ ਇਹ ਜਿਹੜੀ ਆਕਸੀਜਨ ਉਹਨਾਂ ਨੇ ਆਪਣੇ ਅੰਡਰ ਕਰ ਲੈਣੀ, ਲੋਕਾਂ ਨੂੰ ਮਹਿੰਗੇ ਭਾਅ ਵੇਚਣੀ। ਭਾਈ ਇਹ ਦੇਖੋ ਕਿੰਨੇ ਵੱਡੇ ਭ੍ਰਿਸ਼ਟ ਦੀ ਨਿਸ਼ਾਨੀ ਹੈ, ਭ੍ਰਿਸ਼ਟਾਚਾਰ ਦੀ। ਲੋੜ ਹੈ ਸਾਨੂੰ ਇਹੋ ਜਿਹੇ ਸ਼ਾਸਕਾਂ ਤੋਂ ਸੁਚੇਤ ਹੋਣ ਦੀ। ਸਤਿਗੁਰੂ ਜੀ ਨੇ ਕਾਰੂ ਨੂੰ ਵੀ ਇਹ ਗੱਲ ਸਮਝਾਈ ਸੀ, ਕਾਰੂ ਇਹ ਜਿਹੜੀ ਮਾਇਆ ਤੇਰੇ ਨਾਲ ਨਹੀਂ ਜਾਣੀ, ਫਿਰ ਕਾਹਦੇ ਵਾਸਤੇ ਪਾਪ ਕਰਦਾ ਆ, ਕਾਹਦੇ ਵਾਸਤੇ ਇੰਨੀ ਤੂੰ ਰਾਖੀ ਬਣਾ ਕੇ ਬੈਠਾ ਹੋਇਆ, ਜਿਨ੍ਹਾਂ ਦਾ ਧਨ ਉਹਨਾਂ ਨੂੰ ਵੰਡ ਦੇ। ਜੇ ਤੂੰ ਆਪਣੇ ਜੀਵਨ ਨੂੰ ਸੁਖੀ ਬਣਾਉਣਾ ਚਾਹੁੰਦਾ ਹੈ, ਦੋ ਤਰ੍ਹਾਂ ਦਾ ਜੀਵਨ ਸੁਖੀ ਹੁੰਦਾ ਆ। ਇੱਕ ਜੀਵਨ ਹੁੰਦਾ ਜਿਹੜਾ ਲੋਕਾਂ ਦੀ ਨਜ਼ਰ ਵਿੱਚ ਸੁਖੀ ਹੁੰਦਾ ਆ। ਆਪਾਂ ਦੇਖਦੇ ਨੇ ਜਿਹਦੇ ਕੋਲ ਜ਼ਿਆਦਾ ਧਨ ਹੋਵੇ, ਜਿਹਦੇ ਕੋਲ ਜ਼ਿਆਦੀਆਂ ਗੱਡੀਆਂ ਹੋਣ ਜਾਂ ਕੋਈ ਮਹਿਲ ਮਾੜੀਆਂ ਵਧੀਆ ਹੋਣ, ਅਸੀਂ ਸੋਚਦੇ ਹੋਵਾਂਗੇ ਉਹਨਾਂ ਦੇ ਕੋਲ ਬੜਾ ਸੁੱਖ ਆ। ਇਹ ਸਾਡੇ ਵੇਖਣ ਦੀ ਬਿਰਤੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਵਾਸਤੇ ਸੁਖੀ ਕੌਣ ਆ? ਉਹਨਾਂ ਵਾਸਤੇ ਸੁਖੀ ਉਹ ਆ, ਭਾਵੇਂ ਉਹ ਧਰਤੀ ਤੇ ਬੈਠਾ, ਭਾਵੇਂ ਝੁੱਗੀ ਵਿੱਚ ਬੈਠਾ, ਭਾਵੇਂ ਮਹਿਲ ਵਿੱਚ ਬੈਠਾ ਆ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ, ਨਾਉ ਵਾਲਾ ਸੁਖੀ ਹੈ। ਭਾਈ ਗੁਰਮਤਿ ਉਹਨੂੰ ਪ੍ਰਵਾਨ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਕਿ ਪੂਰੀ ਪੌੜੀ ਇਸੇ ਗੱਲ ਦੇ ਨਾਲ ਸੰਬੰਧਿਤ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀਆਂ ਨਾਲ ਚਲੈ ਸਭ ਕੋਏ।
ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਇਹੋ ਜਿਹੀ ਹਾਲਤ ਬਣ ਜਾਣੀ ਹੈ। ਭਾਈ ਸਤਿਗੁਰੂ ਜੀ ਅੰਤਰਜਾਮੀ ਨੇ, ਦਾਤੇ ਨੇ ਇਸ ਬਾਦਸ਼ਾਹ ਨੂੰ ਸਮਝਾਇਆ। ਫਿਰ ਆਖਿਆ ਕੀ ਹੈ? ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਬਾਦਸ਼ਾਹ ਨੂੰ ਆਖਿਆ, ਉਸ ਕਾਰੂ ਬਾਦਸ਼ਾਹ ਨੂੰ ਸਮਝਾਇਆ, ਭਾਈ ਉਹਦਾ ਜ਼ਿਕਰ ਕਵੀ ਜੀ ਬੜੇ ਸੁੰਦਰ ਢੰਗ ਨਾਲ ਕਰ ਰਹੇ ਨੇ। ਉਹਨਾਂ ਨੇ ਕੀ ਸਿੱਖਿਆ ਦਿੱਤੀ ਹੈ ਜਿਹੜੀ ਸਾਨੂੰ ਵੀ ਅਪਣਾਉਣੀ ਚਾਹੀਦੀ ਹੈ। ਇਹ ਜਿਹੜੀ ਕਥਾ ਹੈ ਨਾ, ਇਹਦਾ ਸੁਣਾਉਣ ਦਾ ਮਕਸਦ ਕੀ ਹੈ? ਗੁਰੂ ਘਰ ਵਿੱਚ ਕਥਾ ਹੋਣ ਦਾ ਮਕਸਦ ਕੀ ਹੈ? ਕਿ ਜੋ ਗੁਰੂਆਂ ਦੇ ਜੀਵਨ ਦੇ ਕਾਰਨਾਮੇ ਨੇ, ਕਿਤੇ ਉਹਨਾਂ ਦੀ ਝਲਕ, ਉਹਨਾਂ ਦਾ ਤਿਣਕਾ ਸਾਡੀ ਝੋਲੀ ਵਿੱਚ ਵੀ ਪੈ ਜਾਵੇ, ਸਾਨੂੰ ਵੀ ਸਮਝ ਲੱਗ ਜਾਵੇ ਕਿ ਗੁਰੂ ਦਾ ਜੀਵਨ ਕਿਹੋ ਜਿਹਾ ਤੇ ਅਸੀਂ ਕਿੱਥੇ ਖੜੇ ਹਾਂ। ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਇੱਕ ਪਰਮਾਤਮਾ ਦਾ, ਅਸੀਂ ਕਿੱਥੇ ਖੜੇ ਹਾਂ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਕੀ ਕਦੇ ਸਾਡਾ ਜੀਵਨ ਇਹਨਾਂ ਦੇ ਵਿੱਚ ਤਾਂ ਨਹੀਂ ਰੁਕਿਆ ਹੋਇਆ? ਜੇ ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ, 5 ਪੌੜੀਆਂ ਦਾ ਪਾਠ ਕਰਦੇ ਜਾਂ ਮੂਲ ਮੰਤਰ ਦਾ ਪਾਠ ਕਰਦੇ, ਤਾਂ ਭਾਵ ਕੀ ਹੈ? ਗੁਰੂ ਨੇ ਆਖਿਆ ਸੀ ਹਰ ਬਿਨ ਮੜੇ ਮਸਾਣ ਨਾ ਜਾਈ, ਭਾਵ ਇਹਨਾਂ ਚੀਜ਼ਾਂ ਦੀ ਪੂਜਾ ਨਹੀਂ ਕਰਨੀ। ਅੱਜ ਜਿੰਨੀ ਸਾਡੀ ਧਰਤੀ, ਇਸ ਭਾਰਤ ਦੀ ਧਰਤੀ ਤੇ ਇਹਨਾਂ ਚੀਜ਼ਾਂ ਦੀ ਪੂਜਾ ਆ, ਬਾਕੀ ਕੰਟਰੀਆਂ ਵਿੱਚ ਨਹੀਂ ਹੈ। ਇੰਨਾ ਵੱਡਾ ਭਰਮ ਹੈ। ਫਿਰ ਭਾਈ ਮੱਥਾ ਟੇਕਣ ਦਾ ਕੀ ਲਾਭ ਹੋਇਆ? ਗੁਰੂ ਦੇ ਬਚਨ ਵੀ ਮੰਨੋ, ਆਪਣੇ ਜੀਵਨ ਦੇ ਵਿੱਚ ਇਹ ਸਿਧਾਂਤ ਪੱਕਾ ਕਰੋ ਕਿ ਗੱਲ ਚੇਤੇ ਰੱਖਣ ਵਾਲੀ ਕਿਹੜੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਆਓ ਐਸੇ ਦਾਤੇ ਦੀ ਪਾਵਨ ਕਥਾ ਸੁਣਨੀ ਕਰੀਏ, ਤਾਂ ਕਰਕੇ ਕਿ ਸਾਡਾ ਜੀਵਨ ਦਾ ਵੀ ਉਧਾਰ ਹੋ ਸਕੇ, ਜਿਵੇਂ ਪਾਤਸ਼ਾਹ ਨੇ ਇਹਨਾਂ ਸ਼ਾਸਕਾਂ, ਇਹਨਾਂ ਰਾਜਿਆਂ ਦਾ ਉਧਾਰ ਕੀਤਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਕਹੈ ਸਿਮਰੋ ਸਤਨਾਮੁ, ਸਦਾ ਸਹਾਈ ਸਭ ਸੁਖ ਧਾਮੂ। ਦੇਖੋ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਕੀ ਹੈ? ਸਦਾ ਸਿਮਰ ਗੁਰ ਕਹੈ ਸਿਮਰੋ ਸਤਨਾਮੁ। ਸਿਮਰਨਾ ਕਿਹਨੂੰ ਹੈ? ਇਹ ਬਾਦਸ਼ਾਹ ਨੂੰ ਵੀ ਕਿਹਾ, ਸਾਨੂੰ ਵੀ ਕਿਹਾ। ਸਾਡੀ ਸਿਮਰਤੀ ਬਣੀ ਕੀ ਹੈ? ਬਾਣੀ ਕੀ ਚਾਹੀਦੀ ਸੀ? ਸਾਡੀ ਸਿਮਰਤੀ ਧਨ ਪਦਾਰਥ ਨੇ, ਧੀਆਂ ਪੁੱਤਰ ਨੇ, ਪਰ ਇਹ ਤੇ ਦਾਤਾ ਸੀ, ਇਹ ਤੇ ਸਾਧਨ ਸਨ, ਮੰਜ਼ਿਲ ਨਹੀਂ ਸੀ। ਮੰਜ਼ਿਲ ਤੇ ਸਾਡੀ ਸੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਉ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਮੰਜ਼ਿਲ ਸਾਡੀ ਹੋਰ ਸੀ, ਪਰ ਆਪਾਂ ਹੋਰ ਸਮਝ ਲਈ ਹੈ। ਸਾਡਾ ਟਿਕਾਣਾ ਜਿਹੜਾ ਸੀ ਕਿਤੇ ਹੋਰ ਸੀ, ਅਸੀਂ ਕਿਤੇ ਹੋਰ ਬਣਾ ਲਿਆ। ਸਤਿਗੁਰੂ ਜੀ ਆਖਦੇ ਗੁਰੂ ਕਹੈ, ਗੁਰੂ ਆਖਦਾ ਭਾਈ ਸਿਮਰੋ ਸਤਨਾਮੁ, ਉਸ ਰੱਬ ਦਾ ਨਾਮ ਸਿਮਰੋ। ਕਿਹੜੇ ਦਾ? ਜਿਹੜਾ ਆਪ ਸਦੀਵੀ ਹੋਂਦ ਵਾਲਾ ਹੈ। ਅਸੀਂ ਕਿਹਨੂੰ ਸਿਮਰਦੇ ਆ? ਜਿਹਨੂੰ ਆਪ ਮਨੁੱਖ ਨੇ ਬਣਾਇਆ ਹੋਇਆ। ਅਸੀਂ ਕਿਹਨੂੰ ਸਿਮਰਦੇ ਆ? ਜਿਹਨੂੰ ਅਸੀਂ ਆਪਣੇ ਹੱਥੀਂ ਜਾਂ ਸਾਡੇ ਕਿਸੇ ਭਰਾ ਨੇ ਜਾਂ ਕਿਸੇ ਵੀਰ ਨੇ ਬਣਾਇਆ, ਅਸੀਂ ਉਹਨੂੰ ਸਿਮਰਦੇ, ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਨਾ, ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ, ਏਕ ਭਗਵਾਨ ਜਿਸਕੇ ਦੀਏ ਰਹੇ ਅਕਾਏ, ਬਹੁ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖਾ ਏਕੋ ਆਪ। ਇਹ ਸਤਿਗੁਰਾਂ ਨੇ ਸਮਝਾਇਆ ਸੀ। ਸਤਨਾਮੁ ਜਿਹੜਾ ਸਦੀਵੀ ਹੋਂਦ ਵਾਲਾ ਆ। ਅੱਜ ਸਾਡੇ ਸਾਹਮਣੇ ਜੋ ਕੁਝ ਨਜ਼ਰ ਆਉਂਦਾ ਆ, ਇਹ ਸਦੀਵ ਨਹੀਂ ਹੈ, ਇਹ ਬਿੰਸਣ ਵਾਲਾ ਆ। ਜਿਹੜਾ ਸਦੀਵ ਹੈ ਭਾਈ, ਉਹਦਾ ਸਰੂਪ ਮੂਲ ਮੰਤਰ ਵਿੱਚ ਹੈ, ਉਹਦੀ ਵਿਆਖਿਆ ਜਾਪ ਸਾਹਿਬ ਦੇ ਵਿੱਚ ਹੈ, ਉਹਦੀ ਵਡਿਆਈ ਅਕਾਲ ਉਸਤਤ ਬਾਣੀ ਦੇ ਵਿੱਚ ਹੈ। ਜਿਹੜਾ ਸਦੀਵੀ ਹੋਂਦ ਵਾਲਾ ਹੈ, ਸਾਨੂੰ ਅਜੇ ਤੱਕ ਇਹੀ ਸਮਝ ਨਹੀਂ ਹੈ। ਗੁਰੂ ਨੇ ਸਮਝਾਇਆ ਬਾਦਸ਼ਾਹ ਪਰਮੇਸ਼ਰ ਨੂੰ ਸਿਮਰ। ਭਾਈ ਗੁਰੂ ਦਾ ਆਉਣ ਦਾ ਮਨੋਰਥ ਹੀ ਇਹ ਸੀ ਕਿ ਮਨੁੱਖਤਾ ਜਿਹੜੀ ਹੈ ਉਹ ਰੱਬ ਨੂੰ ਸਿਮਰਨਾ ਸ਼ੁਰੂ ਕਰ ਦੇਵੇ। ਅਸੀਂ ਕੀ ਹੋਇਆ? ਜਿੱਥੋਂ ਸਾਨੂੰ ਥੋੜਾ ਬਹੁਤਾ ਲਾਭ ਹੋਇਆ, ਅਸੀਂ ਉਸੇ ਨੂੰ ਸਿਮਰਨਾ ਸ਼ੁਰੂ ਕਰਤਾ, ਉਸੇ ਦੇ ਅੱਗੇ ਆਪਣਾ ਅਕੀਦਾ ਰੱਖ ਦਿੱਤਾ। ਨਹੀਂ, ਜਦੋਂ ਗੁਰੂ ਦੀ ਵਡਿਆਈ ਸਮਝਾਂਗੇ, ਗੁਰੂ ਦੀ ਵਡਿਆਈ ਹੀ ਇਹ ਹੈ
कि गुरु आखदा सतपुरख जिन जानिया सतगुरु तिसका नाम तिसके संग से कुदरै नानक हर गुण गाओ। पूरा प्रभ आराध्या पूरा जाका नाओ नानक पूरा पाया पूरे के गुण गाओ। सतगुरु जी आखदे सिमरो सत नामो। भाई दुनिया ते नाम जिहड़े ने बिनसन वाले ने, एक तो रब का नाम है जिहड़ा सदा रहन वाला है। इसे करके सतगुरां ने जपजी साहब दे विच थां पर थां समझाया कि जिव तिस भावै तिवै चलावै जिव होवै फुरमान। वो जिहड़ी मनुखता दे ख्याल सी उन्होंने खत्म कर दिता कि साजन वाला कोई होर है, पैदा करने वाला कोई होर है, रोजी देने वाला कोई होर है, खत्म करने वाला कोई होर है। गुरु ने आख्या नहीं भाई कोई है, उसनों सिमरन की लोड़ है। बादशाह सदा सहाई सब सुख धामों। भाई सदा सहाई हुण किहड़ा है? जिथे हर आराधी है तिथे हर मित सहाई। कौन है? तेग बहादुर सिमरिया कर नौ निधावै धाए सब थाई होए सहाय। कौन है? भाई वो गुरु है, परमात्मा है। कहते वो मेरा परमात्मा जिहड़ा सदा ही रखवाला आ, सदा रखिया करन वाला आ। कहते उस रब नूं ध्याउणा। सदा सहाई कहते वो सदा सहायता करने वाला है। एवें नहीं उहदी अगे अरदास की कि खड़ग केत मैं सरन तिहारी आप हाथ दै लिहो उबारी। उहदी अगे जाचना की है। सतगुरु जी आखदे सदा सहाई है सब सुख धामो। भाई सारे सुख देने वाला वो दाता है। जिस हिरदे विच बैठ गया उस हिरदे ने बंद बंद कटाउंदियां भी भाई उस सिदक विच रहे, सहज विच रहे। उन्होंने आरिया नाल चीरिया गया, सहज विच रहे। देगां विच उबालिया गया, सहज विच रहे। रूहां दे विच साड़िया गया तां भी सहज विच रहे। सब सुख धामों। उन्हां दा वासा भावें झुग्गी विच होवे ते भावें महलां दे विच होवे, बादशाह सदा सुखी रहिंदे ने। ये सतगुरु जी समझाउंदे हन जी। आगहि आजिज रखिया करिए और ते जुलमी सगल पर हरिए। आगे आजिज, आजिज आखदे ने गरीब नूं, दुखी नूं, लोड़वंद नूं। सतगुरु जी आखदे ए बादशाह आगे आजिज रखिया करिए। गरीबां दी रखिया कर, गरीबां दा भला कर। जे तेनू राज भाग दिता, तेरे राज विच कोई भुखा नहीं सौना चाहिए। तेरे राज दे विच मनुख सत भी होना नहीं सौना चाहिए। तेरा राज इहो जिहा होवे हर एक दे कोल पहनण जोगे कपड़े होण, खाण जोगा 2 टाइम का भोजन जरूर होवे। तेरा राज प्रबंध इहो जिहा होना चाहिए। पर भाई इत्थे ते कवि जी लिखते, सतगुरु जी कहन लगे बादशाह आगे आजिज रखिया करिए। बादशाह गरीबां दी रखिया कर, क्योंकि जदों आपां गरीबां दा नीचा अंदर नीच जात नीची हूँ अत नीच तिनके नानक तिनके संग साथ वड्डिया स्यों क्या रीस। गुरबाणी ने समझाया या जिथे नीच संभाली है तिथे नदर तेरी बख्शीश। जिथे उन्हां दी वड्याई है, जिथे उन्होंने संभालिया जाता है उत्थे वो परमात्मा। ये सतगुरु जी बादशाह नूं समझाउंदे उरते जुलमी सगल पर हरिए। उर दा अर्थ हुंदा हिरदा। बादशाह अपने हिरदे दे विचों जुल्म करन दी बिरती त्याग दे। भाव के तेरे अंदर ये भावना नहीं पैदा होनी चाहिए। जदों आपां राजे महाराजे रणजीत सिंह दा राज पढ़दे, इतिहास इस गल दा गवाह है कि एक भी फांसी किसी नूं उन्हां दे राज भाग विच नहीं हुई इन्ने लंबे समय दे अंदर, क्योंकि उन्हां दा राज भाग इन्ना प्यारा सी, मनुखता नूं हरमन प्यारा सी। ते अज ते जदों आपां देखदे आ ये हाकम सब कुछ आप ही करवाउंदे ने। उर ते जुलमी सगल पर हरीए। पातशाह कहन लगे राजे बादशाह अपने हिरदे दे विचों जुलम नूं त्याग दे। गुरु नूं मत्था टेकन दा भाव की है कि जदों आपां गुरु नूं मत्था टेकिया, संगत कीती, ना को बैरी ना ही बेगाना सगल संग हमको बनियाई दी बिरती आउणी चाहिदी।
ਜੇ ਇਹ ਬੇਸੋਚ ਨਾ ਆਈ ਸਾਡੇ ਅੰਦਰ, ਫਿਰ ਮੱਥਾ ਟੇਕਣ ਦਾ ਲਾਭ ਕੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਜੇ ਤੂੰ ਆਪਣੇ ਜੀਵਨ ਦਾ ਭਲਾ ਚਾਹੁੰਦਾ ਆ, ਜੇ ਤੇਰੇ ਮਨ ਵਿੱਚ ਇੱਛਾ ਹੈ, ਪਛਤਾਵਾ ਕਰਦਾ ਆ, ਕਹਿੰਦੇ ਫਿਰ ਆਪਣੇ ਮਨ ਵਿੱਚੋਂ ਜ਼ੁਲਮ ਕੱਢ ਦੇ, ਅਤਿਆਚਾਰ ਕੱਢ ਦੇ, ਆਪਣੇ ਜ਼ੁਲਮ ਦੇ ਵਿੱਚ ਗਰੀਬਾਂ ਤੇ ਹੱਕ ਖੋਣੇ ਛੱਡ ਦੇ। ਕਹਿੰਦੇ ਤੇਰਾ ਰਾਜ ਭਾਗ ਜਿਹੜਾ ਹੈ ਉਹ ਪ੍ਰਫੁੱਲਤ ਹੋ ਜਾਵੇਗਾ, ਹਰਮਨ ਪਿਆਰਾ ਬਣ ਜਾਵੇਗਾ। ਔਰ ਤੇ ਜ਼ੁਲਮੀ ਸਗਲ ਪਰ ਹਰੀ ਹੈ। ਕਹਿੰਦੇ ਇਹ ਸਾਰੀ ਬਿਰਤੀ ਆਪਣੇ ਮਨ ਵਿੱਚੋਂ, ਆਪਣੇ ਹਿਰਦੇ ਵਿੱਚੋਂ ਤਿਆਗਣੀ ਕਰ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਕਲ ਮਲ ਘਰ ਜੋ ਤਨ ਇਕ ਠਾਏ, ਦੇਹੋ ਖਰਾਇਤ ਨਾਏ ਖੁਦਾਏ। ਕਹਿੰਦੇ ਭਾਈ ਜਿਹੜਾ ਤੂੰ ਪਾਪ ਕਰਕੇ, ਜ਼ੁਲਮ ਕਰਕੇ, ਲੋਕਾਂ ਤੇ ਧੱਕੇਸ਼ਾਹੀ ਕਰਕੇ, ਲੋਕਾਂ ਦਾ ਧਨ ਬੜੀਆਂ ਚੁਤਰਾਈਆਂ, ਸਿਆਣਪਾਂ, ਚਲਾਕੀਆਂ ਕਰਕੇ ਤੂੰ ਉਹਨਾਂ ਕੋਲੋਂ ਖੋਹਣ ਦਾ ਯਤਨ ਕੀਤਾ ਆ, ਕਹਿੰਦੇ ਉਹਨੂੰ ਉਹਨਾਂ ਦੇ ਭਲੇ ਵਾਸਤੇ ਲਾ ਦੇ। ਕਤਲ ਤੇ ਇਸੇ ਕਰਕੇ ਕਰਦੇ ਨੇ ਨਾ ਹਾਕਮ, ਕਿ ਅਸੀਂ ਤੁਹਾਡੇ ਭਲੇ ਵਾਸਤੇ ਵਰਤਣਾ ਆ, ਪਰ ਪਤਾ ਦੇ ਬਾਅਦ ਵਿੱਚ ਲੱਗਦਾ ਨਾ ਉਸ ਧਨ ਦੀ ਵਰਤੋਂ ਕਿਹੜੇ ਪਾਸੇ ਹੋ ਰਹੀ ਹੈ। ਕਿਤੇ ਉਸ ਧਨ ਦੀ ਵਰਤੋਂ ਕੱਲੀਆਂ ਬਿਲਡਿੰਗਾਂ ਬਣਾਉਣ ਤੱਕ ਸੀਮਤ ਤੇ ਨਹੀਂ ਰੱਖੀ ਗਈ। ਕਿਤੇ ਅੱਜ ਦੇਖੋ ਤੁਸੀਂ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਗਿਆਨੀ ਕੁਲਵੰਤ ਸਿੰਘ ਜੀ ਨੇ ਅੱਜ ਇੱਕ ਸੰਗਤਾਂ ਦੇ ਵਿੱਚ ਸੰਦੇਸ਼ ਦਿੱਤਾ ਕਿ ਗੁਰੂ ਘਰਾਂ ਵਿੱਚ ਹੁਣ ਸੋਨਾ ਬਹੁਤ ਲੱਗ ਚੁੱਕਾ ਆ, ਸਾਡੇ ਕੋਲ ਸੋਨਾ ਬਹੁਤ ਪਿਆ ਆ, ਅਸੀਂ ਇਸ ਸੋਨੇ ਦੇ ਨਾਲ ਹੁਣ ਸਾਡੀ ਸੋਚ ਇਹ ਹੈ ਕਿ ਮੈਡੀਕਲ ਕਾਲਜ ਬਣਾਈਏ, ਹਸਪੀਟਲ ਬਣਾਈਏ, ਕੋਈ ਕਾਲਜ ਬਣਾਈਏ ਜਿੱਥੋਂ ਕਿਸੇ ਨੂੰ ਸਿੱਖਿਆ ਮਿਲੇ, ਕਿਸੇ ਦਾ ਭਲਾ ਹੋ ਸਕੇ। ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਤੋਂ ਗੁਰਦੁਆਰਾ ਜੋ ਮੰਜੀ ਸਾਹਿਬ ਦੀਵਾਨ ਹਾਲ ਹੈ, ਉੱਥੋਂ ਦੇ ਜਥੇਦਾਰ ਸਾਹਿਬ ਨੇ ਵੀ ਇੱਕ ਸੰਦੇਸ਼ ਜਾਰੀ ਕੀਤਾ ਸੀ ਕਿ ਸਾਨੂੰ ਮਨੁੱਖਤਾ ਦੇ ਭਲੇ ਵਾਸਤੇ ਰੁੱਖ ਲਾਉਣੇ ਚਾਹੀਦੇ ਨੇ। ਹਰ ਸਿੱਖ ਨੂੰ ਜਿੱਥੇ ਵੀ ਹੋ ਸਕੇ, ਭਾਵੇਂ ਛੋਟਾ ਜਾਂ ਭਾਵੇਂ ਵੱਡਾ, ਕਿਤੇ ਵੀ ਹੈ, ਕਿਉਂਕਿ ਅੱਜ ਕੱਲ੍ਹ ਢੰਗ ਬੜੇ ਨੇ। ਤੁਸੀਂ ਘਰ ਵਿੱਚ ਗਮਲੇ ਵਿੱਚ ਲਾ ਕੇ ਬਾਅਦ ਵਿੱਚ ਪਾਰਕ ਵਿੱਚ ਕਿਤੇ ਲਾ ਦਿਓ। ਸੋ ਕਹਿਣ ਤੋਂ ਭਾਵ ਕਿ ਇਹੋ ਜਿਹੇ ਮਨੁੱਖਤਾ ਦੇ ਭਲੇ ਦੇ ਕਾਰਜ ਅੱਜ ਸਾਡੇ ਤਖਤਾਂ ਤੋਂ ਇਹ ਹੁਕਮ, ਇਹ ਸੰਦੇਸ਼ ਜਾਰੀ ਹੋ ਰਹੇ ਨੇ। ਕਿਉਂ ਨਹੀਂ ਸਾਡੀ ਸਰਦਾ ਵਧੇਗੀ? ਕਿਉਂ ਨਹੀਂ ਸਾਡੇ ਅੰਦਰ ਅਕੀਦਾ ਵਧੇਗਾ? ਕਿਉਂ ਨਹੀਂ ਸਾਡੇ ਅੰਦਰ ਭਰੋਸਾ ਬਣੇਗਾ? ਪਰ ਜਿਹੜੇ ਸ਼ਾਸਕ ਇਹ ਲੋਕਾਂ ਦਾ ਧਨ ਵੀ ਖਿੱਚ ਲੈਣ ਤੇ ਉਹਨਾਂ ਦੇ ਨਾਲ ਆਪਣੀਆਂ ਬਿਲਡਿੰਗਾਂ ਜਾਂ ਪੱਥਰ ਦੀਆਂ ਹੋਰ ਚੀਜ਼ਾਂ ਬਣਾਉਣ ਵੱਲ ਲੱਗੇ ਰਹਿਣ, ਕਿ ਉਹਨਾਂ ਤੇ ਭਰੋਸਾ ਬਣ ਸਕੇਗਾ? ਇਸੇ ਕਰਕੇ ਉਦੋਂ ਵੀ ਝੂਠੇ ਤੇ ਸੱਚੇ ਪਾਤਸ਼ਾਹ ਦੇ ਵਿੱਚ ਫਰਕ ਸੀ ਕਿ ਜਿਹੜਾ ਸੱਚਾ ਤਖਤ ਤੇ ਬੈਠਦਾ ਸੱਚਾ ਪਾਤਸ਼ਾਹ, ਉਹਦੇ ਦਰ ਤੋਂ ਸੱਚਾ ਹੁਕਮ ਜਾਰੀ ਹੁੰਦਾ ਹੈ। ਸੰਗਤਾਂ ਨੂੰ ਸੱਚੇ ਪਾਤਸ਼ਾਹ ਨਾਲ ਯਾਦ ਕਰਦੀਆਂ ਸਨ। ਤੇ ਜਿਹੜਾ ਇਹ ਦੁਨਿਆਵੀ ਤਖਤ ਤੇ ਬੈਠਦਾ, ਦੁਨੀਆ ਦਾ ਭਲਾ ਕਰਨ ਲਈ ਬੈਠਦਾ ਪਰ ਕਰਦਾ ਜ਼ੁਲਮ ਹੈ, ਉਹ ਝੂਠਾ ਬਾਦਸ਼ਾਹ ਹੁੰਦਾ ਹੈ। ਇਹ ਜੋ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤੇ ਨੇ, ਆ ਗੁਰੂ ਘਰ ਦਾ ਜਿਹੜਾ ਧਨ ਆ, ਦੌਲਤ ਆ, ਜਾਂ ਤੁਸੀਂ ਮੱਥਾ ਟੇਕਦੇ ਹੋ, ਅੱਜ ਇੰਨਾ ਭਰੋਸਾ ਕਿਉਂ ਬਣਿਆ ਸੰਗਤਾਂ ਦਾ? ਕਿਉਂਕਿ ਤੁਸੀਂ ਉਸ ਧਨ ਨੂੰ ਸਫਲਾ ਕਰਨ ਦਾ ਯਤਨ ਕੀਤਾ। ਭਾਵੇਂ ਕਿਤੇ ਇੱਕ ਸਿੱਖ ਸੀ, ਭਾਵੇਂ ਜਥੇਬੰਦੀ ਸੀ, ਭਾਵੇਂ ਕੋਈ ਪ੍ਰਬੰਧਕ ਕਮੇਟੀ ਸੀ, ਕਿਸੇ ਵੀ ਤਰ੍ਹਾਂ ਸਿੰਘ ਸਭਾ ਨੇ ਆਪੋ ਆਪਣਾ ਰੋਲ ਮਨੁੱਖਤਾ ਦੇ ਭਲੇ ਵਾਸਤੇ ਅਦਾ ਕੀਤਾ ਹੈ, ਜੋ ਕਰਨਾ ਚਾਹੀਦਾ ਸੀ, ਜੋ ਸਾਡਾ ਸਿਧਾਂਤ ਹੈ। ਭਾਈ ਅੱਜ ਇਹ ਹੁਕਮ ਜਾਰੀ ਹੋਣਾ ਕਿ ਸਾਨੂੰ ਮੈਡੀਕਲ ਕਾਲਜ ਖੋਲ੍ਹਣੇ ਚਾਹੀਦੇ ਨੇ, ਹਸਪੀਟਲ ਬਣਾਉਣੇ ਚਾਹੀਦੇ ਨੇ, ਸਾਨੂੰ ਕੋਈ ਵਿਦਿਆ ਦਾ ਪ੍ਰਬੰਧ ਕਰਨਾ ਚਾਹੀਦਾ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ। ਜਦੋਂ ਦੁਨਿਆਵੀ ਤਖਤ ਆਪਣੀ ਅਹਿਮੀਅਤ ਭੁੱਲ ਜਾਣ, ਫਿਰ ਇਹ ਸੱਚੇ ਤਖਤਾਂ ਤੋਂ ਐਸੇ ਸੰਦੇਸ਼ ਜਿਹੜੇ ਹਮੇਸ਼ਾ ਜਾਰੀ ਹੁੰਦੇ ਨੇ। ਕਵੀ ਜੀ ਲਿਖਦੇ, ਕਲਮਲ ਕਰ ਜੋ ਧਨ ਇਕ ਠਾਏ। ਇਹ ਬਾਦਸ਼ਾਹ ਜਿਹੜਾ ਤੂੰ ਪਾਪ ਕੀਤਾ ਹੈ, ਜ਼ੁਲਮ ਕੀਤਾ ਹੈ, ਔਰ ਇੰਨਾ ਧਨ ਇੱਕ ਥਾਂ ਇਕੱਤਰ ਕੀਤਾ ਹੋਇਆ ਹੈ, ਦੇਹੋ ਖਰਾਏ ਤੇ ਨਾਏ ਖੁਦਾਏ। ਕਹਿੰਦੇ ਰੱਬ ਦੇ ਨਾਂ ਤੇ ਵੰਡ ਦੇ, ਰੱਬ ਦੇ ਨਾਮ ਤੇ ਵੰਡ ਦੇ। ਬਾਦਸ਼ਾਹ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਕਿ ਤੇਰਾ ਜੀਵਨ ਸਫਲ ਹੋ ਸਕੇ, ਰੱਬ ਦੇ ਘਰ ਵਿੱਚ ਕੋਈ ਥਾਂ ਪ੍ਰਾਪਤ ਕਰਨੀ ਚਾਹੁੰਦਾ ਹੈ, ਜਿਹੜਾ ਵੀ ਧਨ ਇਕੱਤਰ ਕੀਤਾ ਨਾ, ਇਹਨੂੰ ਲੋਕਾਂ ਦੇ ਵਿੱਚ ਰੱਬ ਦੇ ਨਾਮ ਤੇ ਵੰਡ ਦੇ। ਮਲਕ ਭਾਗੋ ਕੋਲੋਂ ਵੀ ਸਤਿਗੁਰਾਂ ਨੇ ਇਹੀ ਕੁਝ ਕਰਵਾਇਆ ਸੀ
कि मलक भागो आ जिहड़े तू वस्त्र पाए हुए ने ना, सोने जे गहने पाए हुए ने, आ जिहड़े सुंदर भोजन तेरा नहीं है, ये वस्त्र तेरे नहीं, गहने तेरे नहीं ने, ये भोजन तेरा नहीं है, ये इन्हां गरीबां दा आ, इन्हां च वंड दे। कहंदे मलक भागो ने वो गहने वो धन जिहड़ा सी सारे गरीबां च वंड दिता सी, गुरु दा बचन मन के। भाई अज सतगुरु जी इस बादशाह नूं भी समझा रहे ने, कहंदे देहो खराए ते नाए खुदाए, पर चेता रखी अपने नाम ते ना वंडी। ये गुरु घर का जिहड़ा खजाना, इसे करके भाई जो सिख ये अपना दसवंध पा दिंदा, उहदा अपना नहीं रह जाता, वो गुरु का खजाना बन जाता है। सतगुਰਾਂ ने आख्या जे वंडना भी है, देहो खराए ते नाए खुदाए, कहंदे रब दे नाम ते वंड, अपने नाम ते नहीं। कभी गुरुआं दा जीवन ते पढ़िए। अज तुसी देखो कोई भी शासक जिहड़ा आ, बादशाह कोई किसी भी चीज़ का उद्घाटन करता है ना, अपने नाम ते करता आ, जां अपने तो पहलों किसी दे होर दे नाम ते करता आ। पहलों अपने पहले दे करदे हुंदे सी, हुण वाले अपने नाम ते करी जांदे आ। इस तरह का भी जिक्र आउंदा है। पर जदों आपां गुरुआं दा जीवन पढ़दे आ, उन्हां ने जिहड़े नगर वसाए ने वो करतारपुर आ, करतार दे नाम ते आ। उन्होंने स्थान बनाया हर मंदिर हरि दा मंदिर रब दे नाम ते है। गोविंदवाल वो स्थान वसाया जिहड़ा, वो भी गोविंदवाल रब दे नाम ते। भावे कि गुरु घर दे जिहड़े जिन्ने भी सिद्धांत ने, घर ने, ये सानू सारे एक प्रेरणा दिंदे ने रब नाल जुड़न दी, भावें कोई भी स्थान है। सतगुरु जी आखदे देहो खराए ते नाए खुदाए, कहंदे वंडना कर पर अपने नाम ते नहीं। अज साडी की हालत की है, किसी ने थोड़ा जिहा दान करना हुंदा आ, अज दे हुण ते सगों घट आ। पुरातन समय में आपां देखते गुरु घरां विच कमरे के अगे कई कई पत्थर लगे हुंदे ने, इन्हें सेवा कराई, पक्खे लगे हुंदे सन, उन्हां दे उत्ते भी नाम लिखिया हुंदा सी, इन्हें सेवा कराई, इहदी जांच कराई। नहीं भाई, इत्थे आके रब दा नाम देख, इत्थे आके तू अपना नाम लभेगा, अपने वड्डियां दा नाम लभेगा, सफल नहीं हो सकेगा। इस दर तो तू गुरु का नाम, रब का नाम की जाचना कर, जिहदे वास्ते तेनों जीवन मिले। देहो खराए ते नाए खुदाए। गुरु जी कहन लगे भाई रब के नाम ते वंडना कर। सिख लंगर लाउंदे ने ना, कदे कोई कहंदा मेरा लंगर आ, कोई जथेबंदी का नहीं कहेगा। हमेशा जिथे भी लंगर होएगा तो लिखा होएगा गुरु का लंगर, किसी मनुख का नहीं है। बेशक तुहाडे धन नाल बनदा है, तुसी धन अर्पण करदे हो, दसवंध दिंदे हो, पर तुहाडा नाम नहीं, नाम गुरु का ही आएगा कि गुरु का लंगर है। जदों तुसी सारे बैठे हुंदे हो, आपां बाहर खड़े होने आ, हो सकदा किसी का प्यो होइए, किसी का पुत्र होइए, किसी का भरा, किसी की कोई भैन हो सकती है, पर जदों आपां इत्थे आ जाने आ, ये गुरु की संगत बैठी है, कोई रिश्तेदारी नहीं है, सारी संगत रूप है, इत्थे गुरु की संगत है। भाई इस करके साडे सिद्धांत नवेकले ने। गुरु अमरदास महाराज जी का बड़ा पवित्र जीवन है। सो सतगुरु जी सानू समझा रहे, देहो खुराए ते नाए खुदाए, रब दे नाम ते। बड़े सहजधारी वीर भी कई आउंदे ने, जो पर्ची कटाउंदे ने ना, उन्होंने साडे क्लर्क पुछदे ने की नाम रखीए, कहंदे वाहिगुरु लिख दिओ, वाहिगुरु का नाम लिख दिओ, बाला प्रीतम का नाम लिख दिओ, असीं अपना नाम नहीं लिखाउणा। भाई एक गुरु ने साडे अंदर बिरती पाई, सोच भरी है। बादशाह नूं यही समझा रहे ने, देहो खराए ते नाए खुदाए, रब दे नाम ते दान कर, अपने नाम ते दान ना करी। ये ना कहीं कि मैं वंडदा पिया, ये मेरा खजाना तुहानूं दिता जा रहा, नहीं, कहंदे रब दे नाम ते दान कर। ये सतगुरु जी आखदे हन जी, करो बंदगी होए अतीना, अपना भला रिदे इउं चीना। करो बंदगी होए अधीन, रब की बंदगी किवें करनी है। आपां बंदगी तो सारे करते हैं ना, पर अपनी होंद नूं कायम रख के करते। गुरु ने आख्या नहीं, ये सिख का सिद्धांत नहीं है। असी बंदगी करनी है नानक घर के गोले बन के, नानक घर के गोले बन के बंदगी करनी है, दास बन के करनी है, जन बन के करनी है, अपना नाम रखा के नहीं। सतगुरु जी आखदे करो बंदगी, बंदगी करनी है भाई, सारे करनी है। बिना बंदगी तो जीवन किसी काम का नहीं है। खैर दीजिए बंदगी का सिद्धांत है,
ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਦਾ ਸਿਧਾਂਤ ਹੈ। ਕਰੋ ਬੰਦਗੀ ਭਾਈ ਸਾਰੇ ਕਰੋ ਬੰਦਗੀ ਹੋਏ ਅਧੀਨ, ਕਹਿੰਦੇ ਰੱਬ ਦਾ ਬਣ ਕੇ ਕਰ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਰੱਬ ਨੂੰ ਪਿਆਰੇ ਲੱਗੋਗੇ ਜੇ ਰੱਬ ਦੇ ਬਣ ਕੇ ਕਰੋਗੇ। ਜੇ ਆਪਣਾ ਨਾਮ ਹੀ ਚਮਕਾ ਕੇ ਆਪਣੇ ਬੋਰਡ ਲਾ ਕੇ ਭਗਤੀ ਕੀਤੀ, ਆ ਕੀਰਤਨ ਦਰਬਾਰ ਹੁੰਦੇ ਨੇ ਨਾ ਬਹੁਤੇ ਸਾਡੇ, ਕਈਆਂ ਨੇ ਆਪਣੇ ਨਾਮ ਆਪਣਾ ਹੀ ਬੋਰਡ ਲਾਏ ਹੁੰਦੇ ਨੇ, ਪਿੱਛੇ ਆਪਣਾ ਨਾਮ ਜ਼ਰੂਰ ਦਿੱਤਾ ਹੁੰਦਾ ਨਹੀਂ ਤੇ ਆਪਣੀ ਫੋਟੋ ਦਿੱਤੀ ਹੁੰਦੀ ਹੈ ਕਿ ਸਾਡੇ ਪਤਾ ਲੱਗ ਜਾ ਅਸੀਂ ਕਰਾ ਰਹੇ ਹਾਂ। ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ। ਗੁਰੂ ਘਰ ਦੇ ਵਿੱਚ ਤੇ ਭਾਈ ਸਤਿਗੁਰੂ ਜੀ ਆਖਦੇ ਕਰੋ ਬੰਦਗੀ ਹੋਏ ਅਧੀਨ, ਅਧੀਨ ਬਣ ਕੇ ਕਰ। ਕਦੇ ਗੁਰੂ ਦੇ ਬਚਨ ਤੇ ਪੜੋ, ਮੋਕੋ ਦਾਸ ਤਵਨ ਕਾ ਜਾਨੋ ਜਾਂ ਮੈਂ ਭੇਦ ਨਾ ਰੰਚ ਪਛਾਨੋ। ਕੋਈ ਕਹਿ ਸਕਦਾ ਐਸੀ ਗੱਲ ਕਿ ਕੋਈ ਸਮਾਗਮ ਕਰਾਵੇ ਉਹਦੇ 'ਚ ਆਪਣਾ ਨਾਮ ਨਾ ਲਿਖੇ? ਅਸੀਂ ਤੇ ਜਾਤਾਂ ਤੱਕ ਲਿਖ ਦਿੰਦੇ, ਅਸੀਂ ਤੇ ਇਲਾਕਿਆਂ ਤੱਕ ਲਿਖ ਦਿੰਦੇ। ਭਾਈ ਗੁਰੂ ਆਖਦਾ ਮੋਕੋ ਦਾਸ ਤਵਨ ਕਾ ਜਾਨੋ। ਕਿੰਨੀ ਵੱਡੀ ਨਿਮਰਤਾ ਇੱਕ ਗੁਰੂ ਦੇ ਵਿੱਚ, ਅਸੀਂ ਉਹਦੇ ਸਿੱਖ ਬਣਨਾ ਹੈ। ਸਤਿਗੁਰੂ ਜੀ ਆਖਦੇ ਹੋਏ ਅਧੀਨ, ਅਧੀਨ ਬਣ ਕੇ ਭਾਈ। ਹੁਣ ਅਧੀਨ ਕਿਉਂ ਹੋਣਾ ਆ? ਜਦੋਂ ਆਪਾਂ ਅਧੀਨ ਦੀ ਪਰਿਭਾਸ਼ਾ ਸਮਝਾਂਗੇ ਨਾ, ਜਦੋਂ ਆਪਾਂ ਅਧੀਨ ਨਹੀਂ ਹੋਵਾਂਗੇ ਅਸੀਂ ਆਪਣੀ ਮਨ ਦੀ ਮਰਜ਼ੀ ਕਰਾਂਗੇ। ਜਦੋਂ ਅਧੀਨ ਹੋਵਾਂਗੇ ਜਿਵੇਂ ਨੌਕਰ ਇੱਕ ਮਾਲਕ ਦੇ ਕਹਿਣ ਤੇ ਜੋ ਮਾਲਕ ਕਹਿੰਦਾ ਉਹੀ ਕਰਦਾ ਆ, ਹੋਰ ਕੁਝ ਉਹਦੀ ਸਮਰੱਥਾ ਨਹੀਂ ਹੁੰਦੀ ਕਰਨ ਦੀ। ਜਦੋਂ ਅਸੀਂ ਵੀ ਗੁਰੂ ਦੇ ਗੋਲੇ ਬਣ ਜਾਵਾਂਗੇ ਫਿਰ ਅਸੀਂ ਇਹ ਇਸ ਤਰ੍ਹਾਂ ਬੰਦਗੀ ਕਰਨੀ। ਕਹਿੰਦੇ ਦੇਹੋ ਆਪਣਾ ਭਲਾ ਰਿਦੇ ਇਉਂ ਚੀਨ। ਭਾਈ ਜੇ ਆਪਣਾ ਭਲਾ ਚਾਹੁੰਦੇ ਹੋ ਨਾ, ਇਸ ਢੰਗ ਨਾਲ ਬੰਦਗੀ ਕਰੋ, ਇਵੇਂ ਸਿਮਰਨ ਕਰੋ। ਆਪਾ ਭਾਵ ਤਿਆਗ ਕੇ ਕਬੀਰ ਤੂੰ ਕਰਤਾ ਤੂੰ ਹੁਆ ਮੁਝ में रहा न हूँ जब आपा पर का मिट गया जब देखा तब तू जब हम होते तब तू नाही अब तू ही मैं नाही। भाई ये वाली सोच पैदा करिए। ਇਹ ਨਾ ਹੋਵੇ ਕਿ ਇੱਥੇ ਆ ਕੇ ਵੀ ਆਪਣੇ ਆਪ ਨੂੰ ਦਰਸਾਉਣ ਦਾ ਯਤਨ ਕਰੀਏ ਕਿ ਮੈਂ ਇਹ ਮੇਰੇ ਕੋਲ ਅਹੁਦਾ ਆ, ਮੈਂ ਇਹ ਇੰਨਾ ਵੱਡਾ ਨਹੀਂ। ਭਾਈ ਹੋਏ ਅਧੀਨ, ਕਹਿੰਦੇ ਹੋਏ ਅਧੀਨ ਹੋ ਕੇ, ਗੁਲਾਮ ਬਣ ਕੇ, ਗੁਰੂ ਦਾ ਗੁਲਾਮ ਬਣ ਕੇ। ਆਪਣਾ ਭਲਾ ਰਿਦੇ ਇਉਂ ਚੀਨ। ਭਾਈ ਆਪਣਾ ਭਲਾ ਇਵੇਂ ਕਰਨਾ ਕਰ। ਸਤਿਗੁਰੂ ਜੀ ਆਖਦੇ ਹਨ ਜੀ ਮਾਨ ਬਚਨ ਗੁਰ ਕੋ ਤਬੈ ਕਾਰੂ ਕਰੀ ਸੁਕਾਰ। ਕਵੀ ਜੀ ਲਿਖਦੇ ਇਸ ਤਰ੍ਹਾਂ ਗੁਰੂ ਦਾ ਬਚਨ ਮੰਨ ਕੇ ਕਾਰੂ ਨੇ ਸਤਿਗੁਰਾਂ ਦੀ ਦੱਸੀ ਹੋਈ ਕਾਰ, ਦੱਸੇ ਹੋਇਆ ਜੀਵਨ, ਉਸ ਅਨੁਸਾਰ ਆਪਣਾ ਜੀਵਨ ਢਾਲਿਆ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤੇ ਹਨ ਜੀ। ਜਹ ਜਹ ਸੂਬੇ ਤਾਹੇ ਕੇ ਦੀਨੀ ਦੇਗ ਅਪਾਰ। ਕਹਿੰਦੇ ਫਿਰ ਉਹਨੇ ਸਾਰੇ ਸੂਬਿਆਂ ਦਾ ਜੋ ਧਨ ਖੋਇਆ ਸੀ ਉਹ ਵੰਡਣਾ ਕਰ ਦਿੱਤਾ, ਉਹਨਾਂ ਨੂੰ ਵੰਡਦਾ ਆ। ਅੱਜ ਵੀ ਭਾਈ ਜਿਵੇਂ ਸਾਡੇ ਦੇਸ਼ ਦੇ ਵਿੱਚ ਸਟੇਟਾਂ ਨੇ ਤੇ ਇੱਕ ਕੇਂਦਰ ਸਰਕਾਰ ਹੁੰਦੀ ਹੈ, ਉਹ ਫਿਰ ਕਹਿੰਦੇ ਇਹਨੇ ਸਾਰੇ ਸੂਬਿਆਂ ਨੂੰ ਆਪੋ ਆਪਣਾ ਧਨ ਜਿਹੜਾ ਉਹਨਾਂ ਦਾ ਬਣਦਾ ਹੱਕ ਸੀ, ਜਿਹੜਾ ਉਹਨਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਖੋਇਆ ਸੀ, ਉਹਨਾਂ ਨੂੰ ਵੰਡਦਾ ਹੈ ਜੀ। ਸ਼ਾਂਤ ਭਈ ਤਬ ਰੂਮ ਵਲਾਇਤ ਜਹ ਤਹ ਦੇਵਨ ਲੱਗੇ ਖਰਾਇਤ। ਕਹਿੰਦੇ ਭਾਈ ਇਸ ਤਰ੍ਹਾਂ ਸ਼ਾਂਤੀ ਆਉਂਦੀ ਹੈ, ਇਸ ਤਰ੍ਹਾਂ ਇਹ ਜਿਹੜੇ ਦੁੱਖ ਮਿਟਦੇ ਨੇ। ਜੇ ਆਪਾਂ ਆਖੀਏ ਕਿ ਅਸੀਂ ਸਾਰਾ ਕੁਝ ਲੈ ਕੇ ਬੈਠ ਜਾਈਏ, ਇਸ ਤਰ੍ਹਾਂ ਦੁੱਖ ਨਹੀਂ ਮਿਟਦੇ। ਦੁੱਖ ਤੇ ਸੰਸਾਰ ਵਿੱਚ ਸ਼ਾਂਤੀ ਤਾਂ ਹੀ ਹੁੰਦੀ ਹੈ ਜੇ ਸਾਰੇ ਵੰਡ ਕੇ ਛਕਣ ਦੇ ਸਿਧਾਂਤ ਤੇ ਪਹਿਰਾ ਦੇਣਗੇ। ਜੇ ਸਿਧਾਂਤ ਤੇ ਪਹਿਰਾ ਨਹੀਂ ਦੇਵਾਂਗੇ ਭਾਈ, ਉੱਥੇ ਫਿਰ ਬਰਾਬਰਤਾ ਨਹੀਂ ਰਹੇਗੀ। ਊਣੇ ਨੂੰ ਭਰਨ ਦਾ ਯਤਨ ਹੋਣਾ ਚਾਹੀਦਾ ਹੈ, ਪਰ ਇੱਥੇ ਕੁਝ ਹੋ ਰਹੀ ਹੈ। ਇੱਥੇ ਭਰਿਆਂ ਨੂੰ ਲੋਕੀ ਭਰੀ ਜਾਂਦੇ ਨੇ। ਇਹ ਗੁਰਮਤਿ ਦਾ ਢੰਗ ਨਹੀਂ ਹੈ। ਅੱਜ ਵੀ ਲੋੜ ਹੈ ਬੇਅੰਤ ਸਾਡੇ ਐਸੇ ਵੀਰ ਨੇ ਜਿਨ੍ਹਾਂ ਨੂੰ ਲੋਕ ਦੂਸਰੇ ਨਾਮ ਕੋਈ ਸਿੱਕਲੀ ਕਰਕੇ ਆਖਦਾ ਗੁਰੂ ਦੇ ਸਿੱਖ ਨੇ। ਭਾਈ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ। ਉਹਨਾਂ ਨੇ ਸਿੱਖੀ ਸੰਭਾਲ ਕੇ ਰੱਖੀ ਹੋਈ, ਪਰ ਆਰਥਿਕ ਪੱਖੋਂ ਕਮਜ਼ੋਰ ਨੇ। ਜਥੇਬੰਦੀਆਂ ਪ੍ਰਬੰਧਕਾਂ ਨੂੰ ਇਸ ਬੰਨੇ ਵੀ ਧਿਆਨ ਦੇਣਾ ਚਾਹੀਦਾ ਹੈ। ਕਵੀ ਜੀ ਲਿਖਦੇ ਕਹਿੰਦੇ ਜਹ ਜਹ, ਕਹਿੰਦੇ ਜਿੱਥੇ ਵੀ ਸ਼ਾਂਤ ਭਈ ਤਬ ਰੂਮ ਵਲਾਇਤ। ਉਸ ਦੇਸ਼ ਵਿੱਚ ਸ਼ਾਂਤੀ ਤਾਂ ਆਈ ਜਦੋਂ ਉਹ ਜਿਹੜਾ ਧਨ ਸੀ ਬਾਦਸ਼ਾਹ ਨੇ ਮਨੁੱਖਤਾ ਦੇ ਵਿੱਚ ਵੰਡਿਆ ਹੈ ਜੀ। ਸ਼੍ਰੀ ਗੁਰ ਕੇ ਤਹ ਜਾਵਣ ਕਰ ਕੈ ਹੋਤ ਜ਼ੁਲਮ ਜੋ ਗਇਓ ਸੋ ਟਰ ਕੈ। ਜਹ ਤੈ ਦੇਵਨ ਲਗੇ ਖਰਾਇਤ।
ਕਹਿੰਦੇ ਹੋਇਆ ਕੀ, ਜਦੋਂ ਗੁਰੂ ਦਾ ਬਚਨ ਮੰਨਿਆ ਬਾਦਸ਼ਾਹ ਨੇ, ਹੁਣ ਸਾਰਿਆਂ ਦੇ ਘਰਾਂ ਵਿੱਚ ਧਨ ਪਹੁੰਚਣ ਲੱਗਾ ਜਾਂ ਅਨਾਜ ਪਹੁੰਚਣ ਲੱਗਾ। ਹੁਣ ਜਿਹਦੇ ਘਰ ਰੋਟੀ ਪੱਕੇਗੀ, ਜਿਹਦੇ ਘਰ ਜਿਹਨੂੰ ਛੱਤ ਮਿਲ ਜਾਵੇਗੀ, ਆਪੇ ਪ੍ਰਸੰਨਤਾ ਹੋ ਜਾਵੇਗੀ। ਉਹ ਜਦੋਂ ਆਪਾਂ ਸੋਚਦੇ ਹਾਂ ਕਿ ਸਾਡੇ ਘਰ ਤੇ ਪੂੜੇ ਬਣ ਜਾਣ, ਦੂਸਰੇ ਦੇ ਘਰ ਆਟਾ ਵੀ ਨਾ ਗੁੱਝੇ, ਅੱਗ ਵੀ ਨਾ ਬਲੇ, ਫਿਰ ਭਾਈ ਉੱਥੇ ਬਰਾਬਰਤਾ ਕਿੱਥੋਂ ਆਵੇਗੀ, ਸ਼ਾਂਤੀ ਕਿੱਥੋਂ ਆਵੇਗੀ। ਸਤਿਗੁਰੂ ਜੀ ਨੇ ਜਦੋਂ ਇਹ ਸਿਧਾਂਤ ਦਿੱਤਾ, ਕਹਿੰਦੇ ਸਾਰੇ ਪਾਸੇ ਸ਼ਾਂਤੀ ਫੈਲੀ ਹੈ, ਤੇ ਕਹਿੰਦੇ ਸ੍ਰੀ ਗੁਰ ਕੇ ਤੇ ਜਾਵਨ ਕਰਕੇ, ਫਿਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਜਾ ਕੇ ਉਹ ਜਿਹੜੇ ਲੋਕ ਹੋਤ ਜ਼ੁਲਮ ਸੋ ਗਇਓ ਸੋ ਟਰਕੈ, ਗੁਰੂ ਨੇ ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ ਹੈ ਜੀ। ਮਾਨਵ ਆਵਨ ਸਗਰੇ ਲਾਗੇ, ਧਰੇ ਉਪਾਇਣ ਪਾਇਣ ਲਾਗੇ। ਕਹਿੰਦੇ ਭਾਈ ਇਸ ਤਰ੍ਹਾਂ ਜਿਹੜੇ ਲੋਕ ਦੇਸ਼ ਛੱਡ ਗਏ ਸੀ, ਅੱਜ ਵੀ ਹੁੰਦਾ ਹੈ ਨਾ, ਸਾਡੇ ਦੇਸ਼ ਵਿੱਚੋਂ ਸਾਡੇ ਬੱਚੇ ਬਾਹਰ ਕਿਉਂ ਭੱਜਦੇ ਨੇ? ਸਾਡੇ ਬੱਚਿਆਂ ਦੀ ਸੋਚ ਇਹੋ ਜਿਹੀ ਬਣਾ ਦਿੱਤੀ ਗਈ ਕਿ ਉਹ ਬਾਹਰ ਜਾਣ। ਉਹਦਾ ਕਾਰਨ ਵੀ ਹੈ ਕਿ ਅਸੀਂ ਉਹਨਾਂ ਵਾਸਤੇ ਯੋਗ ਪ੍ਰਬੰਧ ਨਹੀਂ ਕਰ ਸਕੇ ਜੋ ਸਾਡੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ। ਅਸੀਂ ਉਹਨਾਂ ਵਾਸਤੇ, ਜੇ ਉਹਨਾਂ ਪੜ੍ਹਾਈ ਕੀਤੀ, ਨੌਕਰੀ ਨਹੀਂ ਹੈ, ਤੇ ਉਹਨਾਂ ਵਾਸਤੇ ਉਹ ਫਿਰ ਮਜਬੂਰੀ ਨਾਲ ਫਿਰ ਬਾਹਰ ਭੱਜਦੇ ਨੇ। ਸਤਿਗੁਰੂ ਜੀ ਆਖਦੇ ਜਦੋਂ ਬਰਾਬਰਤਾ ਨਹੀਂ ਹੋਵੇਗੀ, ਹਮੇਸ਼ਾ ਹੀ ਲੋਕ ਉਸ ਇਲਾਕੇ ਨੂੰ ਛੱਡਣਗੇ। ਹੁਣ ਕਵੀ ਜੀ ਲਿਖਦੇ, ਇੱਥੇ ਦੂਰੋਂ ਦੂਰੋਂ ਲੋਕ ਆਉਣ ਲੱਗੇ, ਇੱਥੇ ਵਸਣ ਲੱਗੇ। ਬੇਅੰਤ ਸੰਗਤਾਂ ਮਾਨਵ ਆਵਨ ਸਗਰੇ ਲਾਗੇ, ਗੁਰੂ ਦੇ ਚਰਨਾਂ ਵਿੱਚ ਵੀ ਆਉਣ ਲੱਗੇ। ਧਰੇ ਉਪਾਇਨ ਪਾਇਨ, ਅੱਗੇ ਗੁਰੂ ਦੇ ਅੱਗੇ ਵੀ ਬੇਅੰਤ ਭੇਟਾ ਰੱਖਦੇ ਹਨ ਜੀ। ਬੰਦੈ ਪਦ ਅਰਬਿੰਦ ਮੁਕੰਦਾ, ਸ਼੍ਰੀ ਗੋਬਿੰਦ ਸੱਚ ਦਾ ਨੰਦਾ। ਇਸ ਤਰ੍ਹਾਂ ਇਹ ਸਾਰੇ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਗੁਰੂ ਨੇ ਸਮਝਾ ਦਿੱਤਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਗੁਰੂ ਨੇ ਸਮਝਾ ਦਿੱਤਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਗੁਰੂ ਨੇ ਇਹ ਸਮਝਾਇਆ ਭਾਈ, ਇਸ ਕਰਕੇ ਸਾਰੇ ਹੀ ਆ ਕੇ ਗੁਰੂ ਨੂੰ ਮੱਥਾ ਟੇਕਦੇ ਨੇ। ਬੰਦੇ ਪਦ ਅਰਬਿੰਦ ਮੁਕੰਦਾ, ਗੁਰੂ ਨੂੰ ਮੁਕਤੀ ਦਾਤਾ ਸਮਝ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ। ਐਸੇ ਗੁਰੂ ਜੀ ਵੀ ਸਦਾ ਪ੍ਰਸੰਨ ਚਿੱਤ ਰਹਿੰਦੇ ਨੇ। ਗੁਰੂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਆਉਂਦੀ, ਕਿਉਂਕਿ ਗੁਰੂ ਹਮੇਸ਼ਾ ਭਲਾ ਕਰਨ ਵਾਸਤੇ ਆਉਂਦਾ ਹੈ। ਤੇ ਜਦੋਂ ਇਹੋ ਜਿਹਾ ਕਾਰਜ ਕਰਦਾ ਹੈ, ਸੰਗਤਾਂ ਦੇ ਮਨ ਵਿੱਚ ਭਰੋਸਾ ਵੱਜਦਾ, ਸੰਗਤਾਂ ਆਪਣਾ ਅਕੀਦਾ ਭੇਟ ਕਰਦੀਆਂ ਹਨ ਜੀ। ਬੋਲਿਓ ਕਾਰੂ ਦਵੈ ਕਰ ਜੋਰੀ, ਮੋਹ ਪਰ ਭੀ ਤੁਮ ਮਿਹਰ ਨ ਥੋਰੀ। ਕਵੀ ਜੀ ਲਿਖਦੇ, ਹੁਣ ਜਦੋਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਨਾ, ਤੇ ਬੇਅੰਤ ਸੰਗਤਾਂ ਆ ਕੇ ਗੁਰੂ ਨੂੰ ਮੱਥਾ ਟੇਕਦੀਆਂ ਨੇ। ਉੱਥੇ ਬਾਦਸ਼ਾਹ ਵੀ ਆਇਆ। ਦੇਖੋ, ਬਾਦਸ਼ਾਹ ਕੋਈ ਨਵਾਂ ਨਹੀਂ ਗੁਰੂ ਘਰ ਵਿੱਚ ਆਇਆ, ਸਮੇਂ ਸਮੇਂ ਤੇ ਆਉਂਦੇ ਰਹੇ ਨੇ, ਪਰ ਅੱਜ ਦੇ ਬਾਦਸ਼ਾਹਾਂ ਵਾਂਗ ਨਹੀਂ ਹੈ। ਉਹ ਗੁਰੂ ਘਰ ਵਿੱਚ ਆਉਂਦੇ ਨੇ। ਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮੇਲ ਹੋਇਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਹੋਇਆ। ਜਦੋਂ ਆਪਾਂ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹਦੇ, ਜਦੋਂ ਗੁਰੂ ਅਮਰਦਾਸ ਜੀ ਦੇ ਵੇਲੇ ਜਿੱਥੇ ਅਕਬਰ ਬਾਦਸ਼ਾਹ ਗੁਰੂ ਚ ਘਰ ਵਿੱਚ ਆਇਆ, ਪਾਤਸ਼ਾਹ ਨੇ ਕਿਹਾ ਪਹਿਲੇ ਪੰਗਤ ਫਿਰ ਸੰਗਤ। ਗੁਰੂ ਕੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਫਿਰ ਗੁਰੂ ਦੀ ਸੰਗਤ ਵਿੱਚ ਆਇਆ। ਇਸੇ ਤਰ੍ਹਾਂ ਜਦੋਂ ਹਰੀਚੰਦ ਰਾਜੇ ਦੀ ਰਾਣੀ ਸਤਿਗੁਰਾਂ ਦੇ ਦਰਬਾਰ ਵਿੱਚ ਆਈ ਨਾ, ਉਹਨੇ ਬਸਤਰ ਬੜੇ ਭੜਕੀਲੇ ਪਾਏ ਹੋਏ ਸਨ। ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਸਿੱਖਿਆ ਵੀ ਦਿੱਤੀ ਕਿ ਗੁਰੂ ਘਰ ਦਾ ਬਾਣਾ ਇਹੋ ਜਿਹੇ ਬਸਤਰ ਪਾ ਕੇ ਆਉਣ ਦਾ ਨਹੀਂ ਹੈ। ਭਾਵ ਕਿ ਸਾਦੇ ਬਾਣੇ ਵਿੱਚ ਆਉਣਾ ਚਾਹੀਦਾ। ਵਧੀਆ ਪਾਵੋ, ਵਧੀਆ ਪਾਉਣ ਦੀ ਮਨਾਹੀ ਨਹੀਂ ਹੈ। ਤੁਸੀਂ ਮਹਿੰਗਾ ਪਾ ਲਓ, ਕੋਈ ਗੱਲ ਨਹੀਂ, ਪਰ ਇਹੋ ਜਿਹਾ ਨਾ ਪਾਇਆ ਹੋਵੇ ਕਿ ਜਿਹਦੇ ਵਿੱਚ ਤੁਹਾਨੂੰ ਆਪ ਹੀ ਸ਼ਰਮਿੰਦਗੀ ਹੋਵੇ। ਸੋ ਇਹੋ ਜਿਹੇ ਬਾਣੇ ਪਾਉਣ ਤੋਂ ਵੀ ਬਚਣਾ ਚਾਹੀਦਾ। ਗੁਰੂ ਘਰ ਨੇ ਸਾਦਗੀ ਦਾ ਜ਼ਰੂਰ ਸਿਧਾਂਤ ਹੈ, ਪਰ ਜੇ ਰੱਬ ਨੇ ਧਨ ਦਿੱਤਾ, ਤੁਸੀਂ ਗਹਿਣੇ ਪਾ ਸਕਦੇ ਹੋ, ਤੁਸੀਂ ਸੋਹਣੇ ਬਸਤਰ ਪਹਿਨ ਸਕਦੇ ਹੋ, ਪਰ ਇਹੋ ਜਿਹੇ ਬਸਤਰ ਨਹੀਂ ਪਹਿਨਣੇ ਜਿਹੜੇ ਕਿ ਸਾਨੂੰ ਸ਼ਰਮਿੰਦਗੀ ਉਠਾਉਣੀ ਪਵੇ। ਸੋ ਕਵੀ ਜੀ ਲਿਖਦੇ, ਇਹ ਬਾਦਸ਼ਾਹ ਵੀ ਸਤਿਗੁਰਾਂ ਦੇ ਹਜ਼ੂਰ ਆਇਆ। ਮੋਹ ਪਰ ਭੀ ਬੋਲਿਓ ਕਾਰੂ ਦਵੈ ਕਰ ਜੋਰੀ। ਕਾਰੂ ਨੇ ਦੋਨੋਂ ਹੱਥ ਜੋੜੇ ਨੇ, ਦੋਨੋਂ ਹੱਥ ਜੋੜ ਕੇ ਕਹਿਣ ਲੱਗਾ, ਐ ਪਾਤਸ਼ਾਹ ਜੀ, ਤੁਹਾਡੀ ਬੜੀ ਰਹਿਮਤ ਮੇਰੇ ਤੇ ਵੀ ਹੋਈ ਹੈ, ਤੂੰ ਮਿਹਰ ਨਾ ਥੋਰੀ। ਕਹਿੰਦੇ ਮੇਰੇ ਤੇ ਵੀ ਬਹੁਤ ਕਿਰਪਾ
ਕੀਤੀ ਹੈ ਜੀ। ਮਹਾਗਰਤ ਹਉ ਨਿਗਰਤ ਜਾਤੋ, ਗਹਿ ਕਰ ਕਾਢਿਓ ਕਰ ਦੁਖ ਹਾਤੋ। ਬਾਦਸ਼ਾਹ ਕਹਿਣ ਲੱਗਾ, ਪਾਤਸ਼ਾਹ ਮੇਰੀ ਹਾਲਤ ਕੀ ਸੀ ਕਿ ਸਤਿਗੁਰੂ ਜੀ ਮੈਂ ਤੇ ਡੁੱਬਦਾ ਜਾ ਰਿਹਾ ਸੀ, ਮਹਾਗਰਤ ਮੈਂ ਤੇ ਡੂੰਘੀ ਖੱਡ ਦੇ ਵਿੱਚ ਡਿੱਗ ਪਿਆ ਜਾਂ ਡੂੰਘੇ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਡੁੱਬ ਰਿਹਾ ਸੀ। ਕਹਿੰਦੇ ਹੋਇਆ ਕਿ ਨਿਘਰਤ ਜਾਤੋ, ਮੈਨੂੰ ਆਸ ਨਹੀਂ ਸੀ ਨਿਕਲਣ ਦੀ। ਕਹਿੰਦੇ ਮੈਨੂੰ ਨਹੀਂ ਆਸ ਸੀ ਨਿਕਲ ਜਾਵਾਂ, ਪਰ ਕਹਿੰਦੇ ਤੁਹਾਡੇ ਬਚਨਾਂ ਨੇ, ਤੁਹਾਡੀ ਸਿੱਖਿਆ ਨੇ ਕਹਿੰਦੇ ਮੇਰੇ ਤੇ ਇਹ ਰਹਿਮਤ ਕੀਤੀ, ਗਹਿ ਕਰ ਕਾਢਿਓ। ਗਹਿ ਕਰ ਭਾਵ ਮੇਰਾ ਹੱਥ ਪਕੜ ਕੇ, ਮੇਰੀ ਬਾਹ ਪਕੜ ਕੇ, ਮੈਨੂੰ ਪਕੜ ਕੇ ਕਹਿੰਦੇ ਤੁਸੀਂ ਕਰ ਦੁੱਖ ਹਾਤੋ। ਸਤਿਗੁਰੂ ਜੀ ਆਪਣੇ ਗਹਿ ਕਰਕੇ ਮੈਨੂੰ ਪਕੜ ਕੇ ਕੱਢਿਆ ਆ। ਪਾਤਸ਼ਾਹ ਜੀ ਅਸੀਂ ਡੁੱਬਦੇ ਜਾਂਦੇ ਸੀ। ਹੁਣ ਭੱਟਾ ਨੇ ਵੀ ਤੇ ਇਹੀ ਗੱਲ ਕਹੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ। ਉਹ ਆਖਦੇ ਨੇ ਕਿ ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੇ ਬੂਢਤ ਥੇ, ਕਬਹੋਂ ਮਿਟ ਹੈ ਨਹੀਂ ਰੇ ਪਛਤਾਇਓ। ਕਹਿੰਦੇ ਸਾਨੂੰ ਨਹੀਂ ਸੀ ਆਸ ਕਿ ਸਾਡਾ ਭਲਾ ਹੋ ਸਕਦਾ ਹੈ, ਅਸੀਂ ਤੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਸੀ। ਪਰ ਇੰਨੇ ਨੂੰ ਕਹਿੰਦੇ ਸਾਨੂੰ ਇੱਕ ਕਿਰਨ ਦਿਖੀ, ਇੱਕ ਸੂਰਜ ਦਿਖਿਆ, ਉਹ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਕਿ ਫਿਰ ਉਹਨਾਂ ਨੇ ਆਖਿਆ ਯਾਰ, ਤਤ ਵਿਚਾਰ ਜਹ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਜੀ ਆਖਦੇ ਨੇ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦ ਪੁਰਖ ਪ੍ਰਤੱਖ ਲਖਿਓ ਅਸ਼ੁਰ ਮਸਤਕ ਧੁਰ, ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਸਾਇਓ, ਪਾਰਸ ਪਰਸ 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 ਗੁਰੂ ਗੁਰੂ ਕਹਾਇਓ, ਭਲ ਮਥਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ, ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰੋ। ਭੱਟਾਂ ਨੇ ਆਖਿਆ ਹੈ ਭਾਈ ਅਸੀਂ ਇਕੱਲੇ ਨਹੀਂ ਹੋਣਾ, ਸਾਨੂੰ ਇੰਨਾ ਭਰੋਸਾ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ, ਕਹਿੰਦੇ ਸਗਲ ਸ੍ਰਿਸ਼ਟ ਲਗ ਬੇਤਰੋ, ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਸਮਰੱਥ ਨੇ। ਕਹਿੰਦੇ ਪਾਤਸ਼ਾਹ ਮਹਾਗਰਤ ਹੋ ਨਿਘਰਤ ਜਾਤੋ, ਅਸੀਂ ਡੁੱਬਦੇ ਜਾ ਰਹੇ ਸੀ, ਪਰ ਕਹਿੰਦੇ ਗੁਰੂ ਤੋਂ ਰਹਿਮਤ ਕੀਤੀ ਹੈ। ਕਹਿੰਦੇ ਆਪਣਾ ਸਾਨੂੰ ਆਪਣੇ ਹੱਥੀਂ ਕੱਢ ਕੇ ਇਸ ਵਿੱਚੋਂ ਬਚਾ ਲਿਆ। ਇਹ ਬਾਦਸ਼ਾਹ ਆਖਦਾ ਹੈ ਜੀ, ਭਲਾ ਹੋਏ ਮੇਰੋ ਅਬੈ, ਆਸ ਭਈ ਉਰ ਆਏ। ਕਹਿਣ ਲੱਗਾ ਪਾਤਸ਼ਾਹ ਜੀ ਮੇਰੇ ਤੇ ਬੜਾ ਉਪਕਾਰ ਕੀਤਾ, ਬੜਾ ਭਲਾ ਕੀਤਾ, ਮੇਰੀ ਆਸਾ ਪੂਰੀ ਹੋਈ। ਇਹ ਸਤਿਗੁਰਾਂ ਨੂੰ ਆਖਦਾ ਹੈ ਜੀ, ਆਪ ਪਰਸ਼ੇਨ ਖੁਦਾਏ ਹੋ, ਮਾਰਗ ਦੀਨ ਬਤਾਏ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਖੁਦਾਏ ਦੇ ਰੂਪ ਹੋ, ਜਿਨ੍ਹਾਂ ਨੇ ਮੇਰੇ ਤੇ ਪ੍ਰਸੰਨਤਾ ਕਰਕੇ ਮੈਨੂੰ ਧਰਮ ਦਾ ਰਸਤਾ ਦੱਸਿਆ ਹੈ ਜੀ। ਬਾਰ ਬਾਰ ਬੰਦੈ ਪਦ ਗੁਰ ਕੋ, ਮਨ ਅਤੀਨ ਕਰ ਪ੍ਰੇਮੈ ਉਰ ਕੋ। ਇਸ ਤਰ੍ਹਾਂ ਬਾਰ-ਬਾਰ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸੀਸ ਰੱਖਦਾ, ਮਨ ਅਧੀਨ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਅਰਪਣ ਕਰਦਾ, ਪ੍ਰੇਮ ਉਰ ਕੋ ਆਪਣੇ ਹਿਰਦੇ ਦਾ ਪ੍ਰੇਮ ਪ੍ਰਗਟ ਕਰਦਾ ਹੈ ਜੀ। ਮਿਹਰ ਧਰੇ ਬੋਲੇ ਸੁਖਦਾਏ, ਕਾਰੂ ਇਹ ਮਗ ਮਿਲਨ ਖੁਦਾਏ। ਸਮਝ ਲੱਗ ਗਈ ਕੋਈ ਜਨ ਹਰਿ ਸਿਉ ਦੇਵੈ, ਜੋਰ ਚਰਨ ਗਹੋਂ ਬਕੋਂ ਸੁਬਰਸਨਾ ਦੀਜੇ। ਪ੍ਰਾਨ ਅਕੋਰ ਦੀ ਸਮਝ ਲੱਗ ਗਈ। ਕਹਿਣ ਲੱਗਾ ਦਾਤਾ ਜੀ ਕਿਰਪਾ ਕੀਤੀ ਹੈ ਕਿ ਸਤਿਗੁਰੂ ਜੀ ਮਿਹਰ ਧਰੇ ਬੋਲੇ ਸੁਖਦਾਏ। ਕਹਿੰਦੇ ਸਤਿਗੁਰੂ ਜੀ ਤੁਸੀਂ ਬੇਅੰਤ ਰਹਿਮਤ ਕੀਤੀ, ਕਾਰੂ ਇਹ ਮਗ ਮਿਲਨ ਖੁਦਾਏ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਧਰਮ ਦਾ ਰਸਤਾ ਆ, ਰਾਜ ਭਾਗ ਮਾਣਦਿਆਂ ਹੋਇਆ ਧਰਮ ਦੇ ਰਸਤੇ ਤੇ ਚੱਲਣਾ, ਕਾਰੂ ਇਹ ਰੱਬ ਨੂੰ ਮਿਲਣ ਦਾ ਰਸਤਾ ਆ। ਇਹ ਸਤਿਗੁਰਾਂ ਨੇ ਦੱਸਿਆ ਹੈ ਜੀ। ਤੁਝ ਪਰ ਕਿਰਪਾ ਪਈ ਹੈ ਤੂਰਨ, ਮਹਾ ਪਾਪ ਹੋਏ ਸਭ ਚੂਰਨ। ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਆਪਣੇ ਮਨ ਨੂੰ ਪਲਟਾ ਲਿਆ ਹੈ, ਤੇਰੇ ਤੇ ਅਪਾਰ ਰਹਿਮਤ ਹੋਈ ਹੈ। ਕਹਿੰਦੇ ਪਾਪ ਹੋਏ ਸਭ ਚੂਰਨ। ਕਹਿੰਦੇ ਕਾਮ ਕ੍ਰੋਧ ਔਰ ਲੋਭ ਮੋਹ ਵਸ ਕਰੇ ਸਭੈ ਬਲ। ਇਹ ਜਿੰਨੇ ਪਾਪ ਸੀ ਸਾਰੇ ਕਹਿੰਦੇ ਖਤਮ ਹੋ ਗਏ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਹਿਰਦੈ ਬਿਖੇ ਪਾ ਚਿਤ ਕਰ ਤਾਰਾ, ਭਵ ਬੰਧਨ ਤੇ ਹੋਏ ਉਤਾਰਾ। ਇਸ ਤਰ੍ਹਾਂ ਹਿਰਦੇ ਦੇ ਵਿੱਚ ਬੜਾ ਚਾਅ ਪੈਦਾ ਕੀਤਾ, ਭਵ ਬੰਧਨ ਤੇ ਹੋਏ ਉਧਾਰਾ।
ਇਹ ਸੰਸਾਰ ਦੇ ਬੰਧਨਾਂ ਤੋਂ ਇਹਦਾ ਛੁਟਕਾਰਾ ਹੋਇਆ ਹੈ ਜੀ। ਕਾਰੂ ਕਹਿ ਮਿਹਰ ਭੀ ਤੇਰੀ, ਕਾਟੀ ਲੋਭ ਹਿਰਦੇ ਤੇ ਬੇਰੀ। ਕਾਰੂ ਆਖਦਾ ਪਾਤਸ਼ਾਹ ਜੀ ਇਹ ਸਾਰੀਆਂ ਰਹਿਮਤਾਂ ਤੁਹਾਡੀਆਂ ਹੀ ਨੇ, ਤੁਸੀਂ ਮਿਹਰ ਕੀਤੀ ਆ, ਕਾਟੀ ਲੋਭ ਹਿਰਦੇ ਤੇ ਬੇਰੀ। ਇਹ ਵਿਕਾਰਾਂ ਦੀਆਂ ਇਹ ਜਿਹੜੀਆਂ ਬੇੜੀਆਂ ਨੇ ਇਹਨਾਂ ਨੂੰ ਤੁਸੀਂ ਹੀ ਕੱਟਿਆ। ਇਹ ਕਾਰੂ ਬਾਦਸ਼ਾਹ ਆਖਦਾ ਹੈ ਜੀ। ਮੁਝ ਕੋ ਪੰਥ ਬਤਾਇਓ ਨੀਕਾ, ਭਲਾ ਕਰਨ ਆਏ ਸਭ ਹੀ ਕਾ। ਇਸ ਤਰ੍ਹਾਂ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਇਹ ਭਲਾ ਰਸਤਾ ਬਤਾਇਆ, ਮੁਝ ਕੋ ਪੰਥ ਬਤਾਇਓ ਨੀਕਾ, ਮੈਨੂੰ ਚੰਗਾ ਰਸਤਾ ਦੱਸ ਦਿੱਤਾ, ਗਾਡੀ ਰਾਹ ਜਿਹੜਾ ਮੈਨੂੰ ਮਿਲ ਗਿਆ। ਗੁਰਸਿੱਖ ਮੀਤ ਚਲੋ ਗੁਰ ਚਾਲੀ ਵਾਲਾ, ਭਲਾ ਕਰਨ ਆਏ ਸਭ ਹੀ ਕਾ, ਕਿ ਅਸੀਂ ਇੱਥੇ ਸਭ ਦਾ ਭਲਾ ਕਰਨ ਆਏ। ਭਾਵ ਕਿ ਅਸੀਂ ਇਸ ਸੰਸਾਰ ਵਿੱਚ ਇੱਕ ਦੂਸਰੇ ਵਾਸਤੇ ਬਣੇ, ਇੱਕ ਦੂਸਰੇ ਦੀ ਸਹਾਇਤਾ ਕਰਨ ਵਾਸਤੇ। ਸੋ ਇਹ ਮਾਰਗ ਜਿਹੜਾ ਆ ਇਹ ਮਿਹਰਾਂ ਦੇ ਸਾਈਂ ਕੱਲ ਤਾਰਨ ਗੁਰੂ ਨਾਨਕ ਆਏ ਨੇ, ਜਾਂ ਜਾਹਰ ਪੀਰ ਜਗਤ ਗੁਰ ਬਾਬਾ ਨੇ, ਜਾਂ ਧੰਨ ਨਾਨਕ ਤੇਰੀ ਵੱਡੀ ਕਮਾਈ ਨੇ ਇਸ ਨੂੰ ਦਰਸਾਇਆ ਹੈ। ਭਾਈ ਅਸੀਂ ਵੀ ਅਰਦਾਸ ਕਰੀਏ ਦਾਤਾ ਜੀ ਕਿਤੇ ਸਾਨੂੰ ਵੀ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਮਾਰਗ ਸਾਨੂੰ ਵੀ ਮਿਲ ਜਾਵੇ, ਸਾਨੂੰ ਵੀ ਉਹ ਮਾਰਗ ਮਿਲ ਜਾਵੇ ਜਿਸ ਮਾਰਗ ਤੇ ਚੱਲ ਕੇ ਭਾਈ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ ਹੋਈਆਂ ਭੁੱਲਾਂ। ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।